इस तरह के बाबिਆਂ ਨਾਲ लड़ना बहुत औखा ਹੁੰਦਾ। ਜਦੋਂ ਇਹ ਆਪਣੀ ਚੜ੍ਹਾਈ 'ਚ ਸੀਗਾ ਇੰਨੀ ਗੁੰਡਾਗਰਦੀ ਸੀ ਇਹਨਾਂ ਦੀ, ਕੋਈ ਵੀ ਬੋਲਦਾ ਸੀ ਕਿਸੇ ਤੇ 295 ਲਵਾਤੀ, ਕਿਸੇ ਤੇ ਕੁਛ ਕਰਾਤਾ, ਕਿਸੇ ਤੇ ਹਮਲਾ ਕਰਤਾ, ਕਿਸੇ ਦਾ ਕਤਲ ਕਰਤਾ, ਕਿਸੇ ਨੂੰ ਦੱਬਤਾ, ਕਿਸੇ ਨੂੰ ਨਪੁੰਸਕ ਬਣਾਤਾ। ਪਹਿਲਾਂ ਸਵਾਂਗ ਰਚਿਆ ਗੁਰੂ ਗੋਬਿੰਦ ਸਿੰਘ ਜੀ ਦਾ, ਬਾਣਾ ਪਾ ਕੇ ਉਹਨਾਂ ਵਾਂਗੂ ਕਲੰਗੀ ਲਾ ਕੇ ਉਹਨਾਂ ਵਾਂਗੂ ਅੰਮ੍ਰਿਤ ਜਿਵੇਂ ਛਕਾਉਂਦੇ ਹੈਗੇ ਇਹਨਾਂ ਨੇ ਆਪਣਾ ਉਹ ਸ਼ੁਰੂ ਕੀਤਾ। ਫਿਰ ਉਸ ਤੋਂ ਬਾਅਦ ਇੰਸਾ ਬਣਾਇਆ, ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਬਣਾਏ, ਇਹਨੇ ਇੰਸਾ ਬਣਾਤੇ ਆਪਣੇ। ਧਰਮ ਕਰਮ ਦਾ ਕੰਮ ਆ, ਇੱਕ ਸੀਰੀਅਸ ਕੰਮ ਆ। ਤੁਸੀਂ ਲੋਕਾਂ ਨੂੰ ਜੋੜਦੇ ਹੋ, ਉਹਨਾਂ ਨੂੰ ਟਰਾਂਸਲੇਟ ਕਰਦੇ ਹੋ। ਆਪਾਂ ਦੇਖ ਲਓ ਜਿੰਨੇ ਬੁੱਧ ਨੂੰ ਦੇਖ ਲਓ, ਕਬੀਰ ਨੂੰ ਦੇਖ ਲਓ, ਗੁਰੂ ਸਾਹਿਬ ਨੂੰ ਦੇਖ ਲਓ, ਰਾਮ ਕ੍ਰਿਸ਼ਨ, ਤੁਸੀਂ ਸਾਰੇ ਦੇਖੋ ਉਹਨਾਂ ਦੀ ਕੀ ਭੂਮਿਕਾ ਰਹੀ ਹੈ ਉਸ ਦੌਰ ਦੇ ਅੰਦਰ। ਇੱਕ ਸੋਸ਼ਲ ਟਰਾਂਸਫੋਰਮੇਸ਼ਨ ਕੀਤੀ, ਉਹ ਚੰਗੀਆਂ ਚੀਜ਼ਾਂ ਲੈ ਕੇ ਆਏ, ਉਹ ਚੰਗੀਆਂ ਚੀਜ਼ਾਂ ਦੇ ਨਾਲ ਸਮਾਜ ਉਹਨਾਂ ਦੇ ਪਿੱਛੇ ਖੜਾ ਹੋ ਗਿਆ। ਪਰ ਇਹ ਕੀ ਕਰ ਰਿਹਾ ਸੀ? ਇਹ ਬਾਬਾ ਏਜੰਸੀਆਂ ਦਾ ਬਾਬਾ ਵੀ ਕਿਹਾ ਜਾ ਸਕਦਾ, ਇਹ ਬਾਬਾ ਵੋਟਾਂ ਦਾ ਬਾਬਾ ਵੀ ਹੈ। ਦੁਕਾਨਦਾਰੀ ਚਲਾ ਕੇ ਆਪਣੀ ਵੋਟਾਂ ਦੇ ਨਾਂ ਦੇ ਐਕਸਪੈਕਟ ਕਰਨਾ, ਲੋਕਾਂ ਨੂੰ ਕਹਿਣਾ ਕਿਹੜੀ ਪਾਰਟੀ ਨੂੰ ਵੋਟਾਂ ਪਾਓ, ਇਹਨੂੰ ਨਾ ਪਾਓ, ਕਦੇ ਕਹਿਣਾ ਕਾਂਗਰਸ ਨੂੰ ਵੋਟਾਂ ਪਾਓ, ਕਦੇ ਕਦੇ ਅਕਾਲੀਆਂ ਨੂੰ ਪਾ ਦਿਓ। ਤਾਂ ਇਸ ਕਰਕੇ ਇਹ ਜਿਹੜੇ ਨੇ ਪਖੰਡੀ ਲੋਕ, ਇਹ ਪਖੰਡੀ ਲੋਕ ਰੀਅਲ ਇਸ਼ੂ ਜਿਹੜੇ ਹੁੰਦੇ ਨੇ ਸਮਾਜ ਦੇ, ਕਿੱਥੇ ਤਾਂ ਕੰਪੈਰੀਜ਼ਨ ਆਪਣਾ ਕਰਦੇ ਨੇ ਕਿ ਅਸੀਂ ਹੈ ਨਾ, ਮਤਲਬ ਫਿਲਮ ਬਣਾਈ ਮੈਸੇਂਜਰ ਆਫ ਗੋਡ, ਰੱਬ ਦਾ ਦੂਤ, ਤੇ ਰੱਬ ਦੇ ਦੂਤਾਂ ਨੇ ਤਾਂ ਇੱਥੇ ਜਿੰਨੇ ਰੱਬ ਦੇ ਦੂਤ ਆਏ ਨੇ ਦੁਨੀਆ ਦੇ ਉੱਤੇ, ਉਹਨਾਂ ਨੇ ਤਾਂ ਦੁਨੀਆ ਬਦਲੀ ਹੈ। ਪਖੰਡੀ ਜਿੰਨੇ ਵੀ ਨੇ ਭਾਰਤ 'ਚ ਬਹੁਤ ਸਾਰੇ ਪਖੰਡੀ ਨੇ, ਉਹਨਾਂ ਪਖੰਡੀਆਂ ਪਿੱਛੇ ਸਾਡੇ ਲੋਕਾਂ ਨੂੰ ਵੀ ਇਹ ਸਮਝਣ ਦੀ ਲੋੜ ਆ ਕਿ ਇਹਨਾਂ ਪਖੰਡੀਆਂ ਤੋਂ ਬਚਣਾ ਚਾਹੀਦਾ। ਇਹਨਾਂ ਪਖੰਡੀਆਂ ਪਿੱਛੇ ਲੱਗ ਜਾਂਦੇ ਨੇ, ਫਿਰ ਆਪਣੇ ਘਰ ਬਰਬਾਦ ਕਰਦੇ ਨੇ। ਇਹ ਜਿਹੜੇ ਡੇਰੇ ਨੇ ਇਹ ਬਲੈਕ ਨੂੰ ਵਾਈਟ ਕਰਨ ਦੇ ਲਈ ਵੀ ਵਰਤੇ ਜਾਂਦੇ ਨੇ। ਵੱਡੇ ਧਨਾੜ ਲੋਕਾਂ ਦਾ ਇਹਨਾਂ ਨਾਲ ਜੁੜਨਾ ਜਿਹੜਾ ਹੁੰਦਾ, ਉਹ ਕਈ ਵਾਰ ਪੈਸੇ ਦੇ ਪੱਧਰ 'ਤੇ ਜੁੜਿਆ ਹੁੰਦਾ। ਲੋਕ ਦੇਖਦੇ ਐਡਾ ਵੱਡਾ ਬੰਦਾ ਇਹ ਡੇਰੇ 'ਚ ਕਿਉਂ ਜਾ ਰਿਹਾ, ਉਹਦੇ ਪਿੱਛੇ ਜਿਹੜੀ ਖੇਡ ਹੁੰਦੀ ਆ ਉਹ ਪੈਸੇ ਨਾਲ ਜੁੜੀ ਹੁੰਦੀ ਹੈ। ਇਸ ਕਰਕੇ ਇਹ ਸਾਰਾ ਨੈਕਸਸ ਆ ਜਿਹੜਾ ਪੋਲੀਟੀਸ਼ਨ, ਬਾਬੇ ਤੇ ਮਾਫੀਆ, ਇਹ ਨੈਕਸਸ ਆ ਪੋਲੀਟੀਸ਼ਨ, ਬਾਬਿਆਂ ਤੇ ਮਾਫੀਆ ਦਾ, ਜਿਹੜਾ ਨੈਕਸਸ ਸਮਾਜ ਨੂੰ ਬਰਬਾਦ ਕਰਦਾ। ਗੱਦੀ ਤੇ ਕਬਜ਼ਾ ਹਨੀਪ੍ਰੀਤ ਦਾ ਹੋਵੇ, ਗੱਦੀ ਤੇ ਕਬਜ਼ਾ ਦੂਜੀਆਂ ਸਾਧਵੀਆਂ ਦਾ ਹੋਵੇ, ਗੱਦੀ ਤੇ ਕਬਜ਼ਾ ਡੇਰੇ ਵਾਲੇ ਦੇ ਪਰਿਵਾਰ ਦਾ ਹੋਵੇ, ਆਪ ਹੈ ਨਹੀਂ ਗਾ ਪਖੰਡੀ ਬਾਬਾ। ਇਹ ਸਾਰੀਆਂ ਚੀਜ਼ਾਂ ਇਸੇ ਕਰਕੇ ਹੁੰਦੀਆਂ ਨੇ ਕਿਉਂਕਿ ਬਹੁਤ ਵੱਡੀ ਇੱਕ ਮਨੀ ਇਨਵੋਲਵ ਹੁੰਦੀ ਹੈ, ਬਹੁਤ ਵੱਡੇ ਪੱਧਰ 'ਤੇ ਪੈਸਾ ਇਨਵੋਲਵ ਹੁੰਦਾ। ਲੋਕਾਂ ਨੂੰ ਇਹਨਾਂ ਲਟੇਰਿਆਂ ਤੋਂ, ਇਸ ਤਰ੍ਹਾਂ ਦੇ ਠੱਗਾਂ ਤੋਂ ਜਿਹੜੇ ਵੀ ਨੇ ਆਪ ਆਈਡੈਂਟੀਫਾਈ ਕਰਨੋਂ ਕਿਹੜੇ ਕਿਹੜੇ ਨੇ, ਇਸ ਤਰ੍ਹਾਂ ਦੇ ਲੋਕਾਂ ਤੋਂ ਬਚਣ ਦੀ ਲੋੜ ਆ। ਜਿਹੜੇ ਵੀ ਦੁਕਾਨਦਾਰੀਆਂ ਚਲਾਉਂਦੇ, ਜਦੋਂ ਤੁਸੀਂ ਇਹ ਬੰਦਿਆਂ ਦੇ ਜ਼ਰੀਏ ਰੱਬ ਲੱਭਣ ਲੱਗ ਗਏ ਨੇ, ਇਹਨਾਂ ਦੇ ਜ਼ਰੀਏ ਤੁਸੀਂ ਭਾਲਦੇ ਹੋ ਸਾਡੀ ਮੁਕਤੀ ਹੋ ਜਾਏਗੀ, ਤਾਂ ਇਹ ਤੁਹਾਡੀਆਂ ਭਾਵਨਾਵਾਂ ਨੂੰ ਐਕਸਪਲਾਈਟ ਕਰਦੇ ਨੇ। ਮੈਂ ਨਹੀਂ ਕਹਿੰਦਾ ਸਾਰੇ, ਇਹ ਵੀ ਗੱਲ ਗਲਤ ਆ। ਬਹੁਤ ਫੱਕਰ ਬਾਬੇ ਵੀ ਨੇ, ਬੜੇ ਦਰਵੇਸ਼ ਲੋਕ ਵੀ ਹੈਗੇ ਨੇ ਦੁਨੀਆ 'ਤੇ, ਮੈਂ ਤਾਂ ਦੇਖੇ ਨੇ, ਹੈਗੇ ਨੇ ਦਰਵੇਸ਼ ਲੋਕ। ਇਹ ਨਹੀਂ ਕਿ ਦਰਵੇਸ਼ ਲੋਕ ਨਹੀਂ ਹੈਗੇ, ਪਰ ਉਹ ਦਰਵੇਸ਼ ਲੋਕ ਤੁਹਾਨੂੰ ਦਿਖਣਗੇ ਨਹੀਂ। ਜਿਹੜੇ ਕਹਿੰਦੇ ਨਾ ਦਿਖਾਓ ਬੰਦੇ, ਬੰਦੇ ਹੈਗੇ ਨੇ ਦੁਨੀਆ 'ਤੇ, ਉਹ ਆਪਦਾ ਪ੍ਰਚਾਰ ਨਹੀਂ ਕਰਦੇ, ਉਹ ਕਿਤੇ ਜਾਂਦੇ ਨਹੀਂ, ਉਹ ਆਪਣੀ ਅਵਸਥਾ 'ਚ ਬੈਠੇ ਨੇ। ਉਹਨਾਂ ਨੂੰ ਕੋਈ ਫੇਮ ਦੀ ਲੋੜ ਨਹੀਂ, ਉਹਨੂੰ ਕੋਈ ਭੁੱਖ ਨਹੀਂ, ਉਹਨੂੰ ਕਿਸੇ ਮੀਡੀਆ ਦੀ ਲੋੜ ਨਹੀਂ, ਉਹ ਕੋਈ ਪਬਲਿਸਿਟੀ ਨਹੀਂ ਕਰਦੇ, ਉਹ ਤਾਂ ਆਪਣੇ ਆਨੰਦ 'ਚ ਬੈਠੇ ਨੇ। ਉਹਨਾਂ ਲਈ ਕੋਈ ਨਹੀਂ ਗਾ ਕੋਈ ਮੈਂ ਆ ਗਿਆ ਜਾਂ ਨਹੀਂ ਆਇਆ, ਜਾਂ ਕੋਈ ਮੇਰੇ ਕੋਲ ਆ ਗਿਆ ਜਾਂ ਨਹੀਂ ਆਇਆ, ਉਹ ਅਵਸਥਾ ਹੀ ਹੋ ਰਹੀ। ਇਹਨਾਂ ਵਰਗੀ ਅਵਸਥਾ ਵਾਲੇ ਬੰਦੇ ਨਹੀਂ ਗੇ ਜਿਹੜੇ ਇਹਨਾਂ ਲਾਈਮਲਾਈਟ ਭਾਲਦੇ। ਅਧਿਆਤਮ ਤੇ ਆਪਦੇ ਆਪ ਨੂੰ ਸਿਫਰ ਕਰਨ ਵਾਲੀ ਗੱਲ ਆ ਨਾ। ਅਧਿਆਤਮ ਦੀ ਜਿਹੜੀ ਅਵਸਥਾ ਉਹ ਸਿਫਰ ਦੀ ਅਵਸਥਾ, ਆਪਣੇ ਆਪ ਨੂੰ ਜ਼ੀਰੋ ਕਰ ਲੈਣਾ। ਅਤੇ ਉਹ ਜ਼ੀਰੋ ਕਰਨ ਵਾਲੀ ਅਵਸਥਾ 'ਚ ਉਹੀ ਆਊਗਾ ਜਿਹੜਾ ਇਹ ਤਾਮ ਝਾਮ ਲਾਈਮਲਾਈਟ ਸਾਰੇ ਕਾਸੇ ਤੋਂ ਬਚਿਆ ਹੋਇਆ ਹੋਊਗਾ। ਸਾਰੇ ਲੋਕ ਉਹਨਾਂ ਨੂੰ ਸਵਾਲ ਕਰ ਸਕਦੇ ਕੀ ਫਾਇਦਾ ਫਿਰ ਇਹਨਾਂ ਦੇ ਇਹੋ ਜਿਹੇ ਬੰਦਿਆਂ ਦਾ। ਆਪਦੀ ਇਹਦੀ ਵਿਆਖਿਆ ਕੋਈ ਨਹੀਂ ਹੈ। ਜਿਹੜੀਆਂ ਹਰ ਚੀਜ਼ ਦੀਆਂ ਵਿਆਖਿਆਵਾਂ ਲੱਭਣ ਜਾਣ ਲੱਗ ਜਾਣੀਆਂ, ਹਰ ਚੀਜ਼ ਦੁਨੀਆ ਦੇ ਉੱਤੇ ਸਭ ਕੁਝ ਲੌਜੀਕਲ ਨਹੀਂ ਹੁੰਦਾ, ਦੁਨੀਆ 'ਤੇ ਹਰ ਚੀਜ਼ ਪਰਿਭਾਸ਼ਿਤ ਨਹੀਂ ਹੈ। ਇਸੇ ਕਰਕੇ ਨੇਚਰ 'ਚ ਇੰਨੇ ਭੇਦ ਨੇ। ਅਜੇ ਤੱਕ ਪੂਰੀ ਨੇਚਰ ਪਰਿਭਾਸ਼ਿਤ ਨਹੀਂ ਹੋਈ। ਸਾਇੰਸ ਐਡੇ ਵੱਡੇ ਪੱਧਰ ਦੇ ਉੱਤੇ ਆ ਗਈ, ਸਾਇੰਸ ਤੇ ਨੇ ਤਾਂ ਬਹੁਤ ਤਰੱਕੀ ਕਰ ਲਈ, ਉਹਦੇ ਬਾਵਜੂਦ ਵੀ ਪੂਰੀ ਨੇਚਰ ਦੀ, ਪੂਰੇ ਬ੍ਰਹਿਮੰਡ ਦੀ ਵਿਆਖਿਆ ਜਿਹੜੀ ਆਪਾਂ ਦੇਖਦੇ ਹਾਂ, ਹਰ ਗ੍ਰਹਿ ਦੀ ਵਿਆਖਿਆ ਨਹੀਂ ਹੋਈ ਅਜੇ ਤੱਕ। ਬੁੱਧਾ ਜਿਹੜਾ ਉਹ ਨਾ ਕਹਿੰਦਾ ਪਰਮਾਤਮਾ ਹੈ ਤੇ ਨਾ ਕਹਿੰਦਾ ਨਹੀਂ ਹੈ, ਤੇ ਇਸੇ ਗੱਲ 'ਚ ਬਹੁਤ ਵੱਡੀ ਗੱਲ ਹੈ। ਡੇਰੇਦਾਰ ਬਾਬਿਆਂ ਤੇ ਅਕਸਰ ਹੀ ਸਵਾਲ ਖੜੇ ਹੁੰਦੇ ਰਹਿੰਦੇ ਨੇ। ਬਾਬੇ ਬੇਨਕਾਬ ਹੁੰਦੇ ਰਹਿੰਦੇ ਨੇ। ਇੱਕ ਬਾਬਾ ਪਹਿਲਾਂ ਬਲਾਤਕਾਰੀ ਸਾਬਤ ਹੁੰਦਾ ਹੈ ਤੇ ਬਾਅਦ ਚ ਕਾਤਲ ਸਾਬਤ ਹੁੰਦਾ ਹੈ। ਬਾਬਿਆਂ ਦੇ ਇਨ੍ਹਾਂ ਹੀ ਚਿਹਰਿਆਂ ਨੂੰ ਡੀਕੋਡ ਕਰਾਂਗੇ ਰਾਜਨੀਤੀ ਡੀਕੋਡ ਚ ਯਾਦਵਿੰਦਰ ਸਿੰਘ ਦੇ ਨਾਲ। ਯਾਦਵਿੰਦਰ ਜੀ, ਗੁਰਮੀਤ ਰਾਮ ਰਹੀਮ ਸਿੰਘ ਦਾ ਅੱਜ ਫੈਸਲਾ ਸੀ, ਸਜ਼ਾ ਸੁਣਾਈ ਜਾਣੀ ਸੀ ਪਰ ਨਹੀਂ ਸੁਣਾਇਆ ਗਿਆ ਫੈਸਲਾ। ਜੇਕਰ ਅਦਾਲਤੀ ਕਾਰਵਾਈ ਦੀ ਗੱਲ ਕਰੀਏ, ਕੀ ਕੁਝ ਹੋਇਆ ਅੱਜ ਅਦਾਲਤ 'ਚ? ਦੇਖੋ, ਬੜੇ ਤਰਲੇ ਮਾਰੇ ਬਾਬੇ ਨੇ
ਵੱਖ-ਵੱਖ ਆਪਣੇ ਲੌਜਿਕ ਰੱਖੇ। ਬਾਬੇ ਨੇ ਕਿਹਾ ਮੈਂ ਜੀ ਸੇਵਾ ਕਰਦਾ ਸੀ, ਔਰ ਬਾਬੇ ਨੇ ਕਿਹਾ ਜੀ ਮੇਰਾ ਡੇਰਾ ਜਿਹੜਾ ਉਹ ਤਾਂ ਮਨੁੱਖਤਾ ਲਈ ਹੈਗਾ। 8 ਪੰਨਿਆਂ ਦਾ ਉਹਨਾਂ ਨੇ ਪੂਰਾ ਡਿਟੇਲ ਇੱਕ ਉਹ ਦਿੱਤਾ ਕਿ ਜੀ ਅਸੀਂ ਤਾਂ ਕਿੰਨੀ ਸੇਵਾ ਕੀਤੀ, ਅਸੀਂ ਤਾਂ ਜੀ ਕੋਈ ਨੈਚੁਰਲ ਕਲੈਮਿਟੀ ਆ ਗਈ ਉਹਦੇ 'ਚ ਜਾਂਦੇ ਸੀ, ਅਸੀਂ ਤਾਂ ਜੀ ਕੋਈ ਛੋਟੀ ਤੋਂ ਛੋਟੀ ਗੱਲ ਤੇ ਵੱਡੀ ਤੋਂ ਵੱਡੀ ਗੱਲ 'ਚ ਬਹੁਤ ਵੱਡੀ ਸੇਵਾ ਕਰਦੇ ਹਾਂ। ਸਵਾਲ ਇਹ ਨਹੀਂ ਹੈ ਕਿ ਸੇਵਾ ਕੌਣ ਕਰਦਾ ਜਾਂ ਨਹੀਂ ਕਰਦਾ, ਬਹੁਤ ਸਾਰੇ ਲੌਜਿਕ ਉਹਨਾਂ ਨੇ ਦਿੱਤੇ ਉੱਥੇ ਕਿ ਜੀ ਸਾਨੂੰ ਇਸ ਬਣਾ ਦੇ ਉੱਤੇ ਸਜ਼ਾ ਮਾफ़ ਕਰ ਦਿੱਤੀ ਜਾਵੇ, ਸਾਨੂੰ ਘੱਟ ਸਜ਼ਾ ਦਿੱਤੀ ਜਾਵੇ। ਅਸੀਂ ਤਾਂ ਬਹੁਤ ਹੀ ਦੇਸ਼ ਦੀ ਸੇਵਾ ਕਰਨ ਵਾਲੇ, ਸਮਾਜ ਦੀ ਸੇਵਾ ਕਰਨ ਵਾਲੇ ਹਾਂ, ਅਸੀਂ ਤਾਂ ਬਹੁਤ ਸੇਵਾ ਕੀਤੀ। ਪਰ ਜਿਹੜੇ ਕਤਲ ਕੀਤੇ, ਜਿਹੜੇ ਬਲਾਤਕਾਰ ਦੇ ਕੇਸ ਆਪਾਂ ਦੇਖਿਆ, ਔਰ ਦੂਜੇ ਪਾਸੇ ਆਪਾਂ ਇਹ ਕੇਸ ਦੇਖਿਆ ਜਿਹੜਾ ਕਤਲ ਦਾ ਕੇਸ ਆ, ਤੀਜੇ ਪਾਸੇ ਨਪੁੰਸਕ ਸਾਧੂਆਂ ਦਾ ਕੇਸ ਹੈ। ਕੇਸ ਹੀ ਕੇਸ ਬਾਬੇ ਤੇ ਬਾਬਾ ਵਿਵਾਦਤ ਬਾਬਾ ਰਿਹਾ। ਡੇਰੇ ਸਿਰਸੇ ਵਾਲਾ ਬਾਬਾ ਗੁਨਾਹਾਂ ਦਾ ਬਾਬਾ, ਇੱਕ ਨਾਵਲ ਆ ਗੁਨਾਹਾਂ ਦਾ ਦੇਵਤਾ, ਇਹ ਗੁਨਾਹਾਂ ਦਾ ਬਾਬਾ। ਗੁਨਾਹਾਂ ਦੇ ਬਾਬੇ ਨੇ ਬਹੁਤ ਵੱਡੇ ਗੁਨਾਹ ਕੀਤੇ। ਜਦੋਂ ਗੁਨਾਹ ਕੀਤੇ ਗਏ ਸੀ, ਕਤਲ ਕੀਤਾ ਗਿਆ, ਰਾਮਚੰਦਰ ਛਤਰਪਤੀ ਵਾਲਾ ਮਸਲਾ ਆਪਾਂ ਦੇਖੋ, ਇੱਕ ਬੈਸਟ ਜਰਨਲਿਸਟ, ਇੱਕ ਪੱਤਰਕਾਰ ਜਿਹਦਾ ਕੰਮ ਹੈ ਕਿਸੇ ਵੀ ਗੱਲ ਨੂੰ, ਰਿਪੋਰਟ ਨੂੰ ਕੱਢ ਕੇ ਲਿਆਉਣਾ, ਛਾਪਣਾ, ਉਸ ਰਿਪੋਰਟ 'ਤੇ ਗੱਲ ਕਰਨਾ, ਅਤੇ ਉਹ ਰਿਪੋਰਟ ਜਿਹੜਾ ਅਖਬਾਰ ਛਾਪ ਰਹੇ ਸੀਗੇ ਅਤੇ ਪੂਰਾ ਸੱਚ, ਅਤੇ ਜਦੋਂ ਪੂਰਾ ਸੱਚ ਛਾਪਿਆ ਅਤੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਅੱਜ ਉਹਨਾਂ ਦੇ ਬੇਟੇ ਅੰਸ਼ੁਲ ਛਤਰਪਤੀ ਲੜਾਈ ਲੜ ਰਹੇ ਨੇ। ਉਹਨਾਂ ਨੇ ਪਿਛਲੇ ਦੌਰ 'ਚ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇਗੀਆਂ, ਔਰ ਆਪਣੇ ਪਿਤਾ ਦੇ ਜੋ ਸਿਧਾਂਤ ਸੀ, ਜੋ ਪ੍ਰਿੰਸੀਪਲ ਸੀ, ਉਹਨਾਂ ਨੂੰ ਮੰਨ ਕੇ ਹਮੇਸ਼ਾ ਚੱਲਦੇ ਰਹੇ। ਇਸ ਤਰ੍ਹਾਂ ਦੇ ਬਾਬਿਆਂ ਨਾਲ ਲੜਨਾ ਬਹੁਤ ਔਖਾ ਹੁੰਦਾ। ਜਦੋਂ ਇਹ ਆਪਣੀ ਚੜ੍ਹਾਈ 'ਚ ਸੀਗਾ, ਇੰਨੀ ਗੁੰਡਾਗਰਦੀ ਸੀ ਇਹਨਾਂ ਦੀ, ਕੋਈ ਵੀ ਬੋਲਦਾ ਸੀ ਕਿਸੇ 'ਤੇ 295 ਲਵਾਤੀ, ਕਿਸੇ 'ਤੇ ਕੁਛ ਕਰਾਤਾ, ਕਿਸੇ 'ਤੇ ਹਮਲਾ ਕਰਤਾ, ਕਿਸੇ ਦਾ ਕਤਲ ਕਰਤਾ, ਕਿਸੇ ਨੂੰ ਦੱਬਤਾ, ਕਿਸੇ ਨੂੰ ਨਪੁੰਸਕ ਬਣਾਤਾ। ਇਹ ਸਾਰੇ ਕਾਰੇ ਇਹ ਬਾਬੇ ਕਰਦੇ ਰਹੇ ਆ। ਕਿ ਉਦੋਂ ਇਹਨਾਂ ਨੂੰ ਇਹ ਸੁਰਤ ਨਹੀਂ ਸੀ ਕਿ ਡੇਰੇ ਸਿਰਸੇ ਵਾਲੇ ਨੂੰ ਉਦੋਂ ਨਹੀਂ ਪਤਾ ਸੀ। ਔਰ ਸਿੱਖਾਂ ਦੇ ਨਾਲ ਜੋ ਖਾਸ ਤੌਰ ਦੇ ਉੱਤੇ ਸਾਰੇ ਜਾਣਦੇ ਆ, ਸਿੱਖ ਧਰਮ 'ਚ ਗੁਰੂਆਂ ਦੀ ਕੀ ਰਿਸਪੈਕਟ ਆ, ਗੁਰੂ ਸਾਹਿਬ ਦੀ ਕਿੰਨੀ ਰਿਸਪੈਕਟ ਕਰਦੇ ਆ। ਔਰ ਜਿਹੜਾ ਆਪਣੀ ਦੁਕਾਨਦਾਰੀ, ਮੈਂ ਕਹੂੰਗਾ ਡੇਰੇ ਸਿਰਸੇ ਵਾਲਾ ਆਪਣੀ ਦੁਕਾਨਦਾਰੀ ਕਿਸ ਨਾਂ ਦੇ ਉੱਤੇ ਚਲਾਉਂਦਾ ਸੀ। ਸਾਰੇ ਧਰਮਾਂ ਦੇ, ਸਿੱਖ ਧਰਮ ਵੀ ਨਾਲ ਲੈ ਲਿਆ, ਮੁਸਲਿਮ ਵੀ ਲੈ ਲਿਆ, ਕ੍ਰਿਸਚਨ ਵੀ ਲੈ ਲਿਆ, ਹਿੰਦੂ ਵੀ ਲੈ ਲਿਆ, ਜੈਨੀ, ਬੋਧੀ, ਸਭ ਕਿਉਂ ਲੈ ਕੇ ਰੱਖਦਾ ਕਿ ਸਾਰੇ ਧਰਮਾਂ ਦੇ ਲੋਕ ਮੇਰੇ ਕੋਲੋਂ। ਪਰ ਉਹਨੂੰ ਇਹ ਨਹੀਂ ਪਤਾ ਸੀ ਕਿ ਇਹ ਰਿਸਪੈਕਟ ਕਿੱਡੀ ਵੱਡੀ ਹੈ। ਪਹਿਲਾਂ ਸਵਾਂਗ ਰਚਿਆ ਗੁਰੂ ਗੋਬਿੰਦ ਸਿੰਘ ਜੀ ਦਾ, ਬਾਣਾ ਪਾ ਕੇ, ਉਹਨਾਂ ਵਾਂਗੂ ਕਲੰਗੀ ਲਾ ਕੇ, ਉਹਨਾਂ ਵਾਂਗੂ ਅੰਮ੍ਰਿਤ ਜਿਵੇਂ ਛਕਾਉਂਦੇ ਹੈਗੇ, ਇਹਨਾਂ ਨੇ ਆਪਣਾ ਉਹ ਸ਼ੁਰੂ ਕੀਤਾ। ਫਿਰ ਉਸ ਤੋਂ ਬਾਅਦ ਇੰਸਾ ਬਣਾਇਆ, ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਬਣਾਏ, ਇਹਨੇ ਇੰਸਾ ਬਣਾਤੇ ਆਪਣੇ। ਸਵਾਲ ਇਹ ਨਹੀਂ ਹੈ ਕਿ ਕਿਸੇ ਨੇ ਆਪਣੇ ਡੇਰੇ, ਪੰਜਾਬ 'ਚ ਡੇਰੇ ਰਹੇ ਨੇਗੇ 10,000 ਦੇ ਲਗਭਗ ਡੇਰੇ ਪੰਜਾਬ 'ਚ ਨੇ, ਛੋਟੇ ਵੱਡੇ। ਕੋਈ ਆਪਣੀ ਮਾਨਤਾ ਦੀ, ਅਸੀਂ ਨਹੀਂ ਕਹਿੰਦੇ ਕਿਸੇ ਦੀ ਮਾਨਤਾ ਨਾ ਹੋਵੇ, ਬਹੁਤ ਸਾਰੇ ਡੇਰੇ ਨੇ ਜਿਹੜੇ ਚੰਗਾ ਕੰਮ ਵੀ ਕਰ ਰਹੇ ਨੇ, ਜਿਹੜੇ ਸਿਰਫ ਆਪਣੀ ਇੱਕ, ਬਹੁਤ ਸੈਕਟ ਨੇ ਜਿਹੜੇ ਸਦੀਆਂ ਤੋਂ ਚੱਲੇ ਆ ਰਹੇ ਨੇ। ਤੁਸੀਂ ਆਪਣੀ ਇੱਕ ਮਰਿਆਦਾ 'ਚ ਰਹਿ ਕੇ ਕੰਮ ਕਰੋ, ਪਰ ਜੋ ਤੁਸੀਂ ਕਿਸੇ ਦੇ ਏਜੰਡੇ 'ਤੇ ਚੱਲ ਕੇ ਕਿਸੇ ਨੂੰ ਇਸ ਤਰੀਕੇ ਦੇ ਨਾਲ ਹਰਟ ਕਰਦੇ ਹੋਗੇ, ਕਿਸੇ ਦੇ ਭਾਵਨਾਵਾਂ ਨੂੰ ਜਾਣ ਬੁੱਝ ਕੇ, ਆਪਾਂ ਦੇਖਿਆ ਕਿੰਨੀ ਕਨਫਰੰਟਰੇਸ਼ਨ ਇਹ ਡੇਰੇ ਸਿਰਸੇ ਵਾਲਾ ਕਰਦਾ ਰਿਹਾ। ਕਦੇ ਫਿਲਮਾਂ ਦੇ ਨਾਂ 'ਤੇ ਕਰਦਾ ਰਿਹਾ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ। ਇਦੋਂ ਵੱਡੀ ਤਾਂ ਕੋਈ, ਮਤਲਬ ਕਿਸੇ ਵੀ ਧਰਮ ਦਾ ਗ੍ਰੰਥ ਹੋਵੇ, ਕੋਈ ਬੰਦਾ ਸਿੱਖ ਹੋਵੇ, ਉਹ ਬਾਕੀ ਧਰਮਾਂ ਦੇ ਸਾਰੇ ਗ੍ਰੰਥਾਂ ਦੀ ਰਿਸਪੈਕਟ ਕਰਦਾ। ਕੋਈ ਹਿੰਦੂ ਹੋਵੇ, ਕਿੰਨੇ ਹਿੰਦੂ ਆ ਜਿਹੜੇ ਭਰਾ ਸਾਡੇ ਹਰਿਮੰਦਰ ਸਾਹਿਬ, ਆਪਾਂ ਮੰਦਿਰਾਂ ਜਾਂਦੇ ਹਾਂ, ਉਹ ਆਉਂਦੇ ਨੇ, ਬਾਕੀ ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਆ। ਹਰ ਥਾਂ ਦੇ ਉੱਤੇ ਬੰਦਾ ਜਾਂਦਾ, ਹਰ ਥਾਂ ਦੀ ਧਰਮ ਦੀ ਰਿਸਪੈਕਟ ਕਰਦਾ। ਪਰ ਬੇਅਦਬੀ ਦੇ ਇਲਜ਼ਾਮ ਇਹਨਾਂ 'ਤੇ ਲੱਗ ਚੁੱਕੇ ਨੇ, ਕੇਸ ਹੋ ਚੁੱਕੇ ਨੇ, ਬੰਦੇ ਇਹਨਾਂ ਦੇ ਫੜੇ ਗਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ। ਇੰਨੀਆਂ ਸ਼ਰਮਨਾਕ ਗੱਲਾਂ ਕਰਕੇ ਕਿਹੜੀ ਸੇਵਾ ਦੇ ਹਵਾਲੇ ਦੇ ਰਿਹਾ ਬਾਬਾ? ਸੇਵਾ ਦਾ ਹਵਾਲਾ ਕੀ ਹੈਗਾ? ਜਿਹੜਾ ਇੱਕ ਕੋਰ ਹੁੰਦਾ, ਕੋਰ ਕੀ ਹੈਗਾ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਕੋਰ ਆ। ਉਸ ਕੋਰ ਫਿਲਾਸਫੀ ਤੋਂ ਭੜਕ ਕੇ ਇੰਨੇ ਜ਼ਿਆਦਾ ਕੁਕਰਮ ਕੀਤੇ, ਜਿਹਦੇ 'ਚੋਂ ਲਗਾਤਾਰ ਲੋਕਾਂ ਨੂੰ ਹਰਟ ਕੀਤਾ ਗਿਆ, ਕਿਸੇ ਦੇ ਸੈਂਟੀਮੈਂਟ ਹਰਟ ਕੀਤੇ, ਕਦੇ ਕੁਛ ਕਰਤਾ, ਕਦੇ ਕੁਛ ਕਰਤਾ। ਫਿਰ ਇਹ ਕੀ ਡਰਾਮੇਬਾਜ਼ ਜਿਹੜਾ ਜੋਕਰ ਬਣ ਕੇ, ਫਿਲਮਾਂ ਦੇਖਿਆ, ਉਹਦੇ ਕਲਿੱਪ ਲੇਕ ਦੇਖਿਆ, ਫਿਲਮ ਤਾਂ ਨਹੀਂ ਦੇਖੀ ਆਪਾਂ, ਉਹ ਵੀ ਉਹ ਜੋਕਰਾਂ ਵਾਲੀਆਂ ਗੱਲਾਂ ਸੀ ਸਾਰੀਆਂ। ਤੁਸੀਂ ਇੱਕ ਦੇਖੋ, ਜਿਹੜਾ ਇਹ ਧਰਮ ਕਰਮ ਦਾ ਕੰਮ ਆ, ਇੱਕ ਸੀਰੀਅਸ ਕੰਮ ਆਗਾ। ਤੁਸੀਂ ਲੋਕਾਂ ਨੂੰ ਜੋੜਦੇ ਹੋ, ਉਹਨਾਂ ਨੂੰ ਟਰਾਂਸਲੇਟ ਕਰਦੇ ਹੋ। ਆਪਾਂ ਦੇਖ ਲਓ, ਜਿੰਨੇ ਬੁੱਧ ਨੂੰ ਦੇਖ ਲਓ, ਕਬੀਰ ਨੂੰ ਦੇਖ ਲਓ, ਗੁਰੂ ਸਾਹਿਬ ਨੂੰ ਦੇਖ ਲਓ, ਰਾਮ ਕ੍ਰਿਸ਼ਨ, ਤੁਸੀਂ ਸਾਰੇ ਦੇਖੋ ਉਹਨਾਂ ਦੀ ਕੀ ਭੂਮਿਕਾ ਰਹੀ ਹੈ ਉਸ ਦੌਰ ਦੇ ਅੰਦਰ। ਇੱਕ ਸੋਸ਼ਲ ਟਰਾਂਸਫੋਰਮੇਸ਼ਨ ਕੀਤੀ, ਉਹ ਚੰਗੀਆਂ ਚੀਜ਼ਾਂ ਲੈ ਕੇ ਆਏ, ਉਹ ਚੰਗੀਆਂ ਚੀਜ਼ਾਂ ਦੇ ਨਾਲ ਸਮਾਜ ਉਹਨਾਂ ਦੇ ਪਿੱਛੇ ਖੜ੍ਹਾ ਹੋ ਗਿਆ। ਪਰ ਇਹ ਕੀ ਕਰ ਰਿਹਾ ਸੀ? ਫਿਲਮਾਂ ਦੇ ਅੰਦਰ ਆਪਾਂ ਦੇਖਿਆ ਕਿੰਨੇ ਵੱਡੇ ਰੌਲੇ ਪਏ ਸਾਰੇ। ਤਾਂ ਇਸ ਕਰਕੇ ਹੁਣ ਇਹ ਦਲੀਲਾਂ ਦੇਣੀਆਂ ਕੋਰਟ ਦੇ ਅੰਦਰ, ਇਹ ਦਲੀਲਾਂ ਉਹਨਾਂ ਨੂੰ ਪਹਿਲਾਂ ਪਤਾ ਹੋਣੀਆਂ ਚਾਹੀਦੀਆਂ ਸੀ। ਉਹਨਾਂ ਦੇ ਵਕੀਲਾਂ ਨੂੰ, ਉਹਨਾਂ ਦੇ ਸਲਾਹਕਾਰਾਂ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਭਾਈ ਜੋ ਕੁਛ ਕਰ ਰਹੇ ਹੋ ਉਹਦੇ ਖਮਿਆਜ਼ੇ ਭੁਗਤਣੇ ਪੈਣਗੇ, ਜੋ ਕੁਛ ਕੀਤਾ ਹੈਗਾ। ਔਰ ਗੋਲੀਆਂ ਮਾਰੀਆਂ ਗਈਆਂ ਸਿੱਧੀਆਂ। ਰਣਜੀਤ ਸਿੰਘ ਕਤਲ ਆ, ਰਾਮਚੰਦਰ ਛਤਰਪਤੀ ਵਾਲਾ ਮਾਮਲਾ, ਸਾਧੂ ਨੂੰ ਨਪੁੰਸਕ ਬਣਾਉਣ ਦਾ ਮਾਮਲਾ, ਬੇਅਦਬੀ ਵਾਲੇ ਮਾਮਲੇ ਪਿੱਛੇ ਵੀ ਹੁਣ ਕਿਹਾ ਜਾ ਰਿਹਾ ਕਿ ਡੇਰਾ ਸਿਰਸਾ ਉਹ 'ਚੋਂ ਬਾਹਰ ਨਹੀਂ ਹੈ। ਪੰਜਾਬ ਸਰਕਾਰ ਨੇ ਪ੍ਰੈਸ ਨੋਟ ਜਾਰੀ ਕੀਤਾ ਕਿ ਡੇਰੇ ਸਿਰਸੇ ਵਾਲਾ ਬਾਹਰ ਨਹੀਂ ਹੈ।
ਕੱਲ੍ਹ ਨੂੰ ਇਹ ਬਾਬਾ ਡੇਰੇ ਬੇਅਦਬੀ ਦੇ ਕੇਸ ਦੇ ਅੰਦਰ ਜਦੋਂ ਹੋਊਗਾ ਤਾਂ ਇਹ ਤਾਂ ਇੱਕ ਤੋਂ ਬਾਅਦ ਇੱਕ ਕੇਸ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਔਰ ਕਨਫਰੰਟਰੇਸ਼ਨ ਲਗਾਤਾਰ ਅਸੀਂ ਪੰਜਾਬ 'ਚ ਦੇਖਿਆ, ਜਾਣ ਬੁੱਝ ਕੇ ਸਿੱਖ ਭਾਈਚਾਰੇ ਨਾਲ ਕਨਫਰੰਟਰੇਸ਼ਨ। ਜਾਂ ਤਾਂ ਕੋਈ ਕਈ ਸਿੱਖ ਭਾਈਚਾਰੇ ਵੱਲੋਂ ਕੋਈ ਇਹਨਾਂ 'ਤੇ ਅਟੈਕ ਕਰ ਦਿੱਤਾ ਗਿਆ, ਤੁਸੀਂ ਕਿਉਂ ਉਹਨਾਂ ਦੀਆਂ ਭਾਵਨਾਵਾਂ ਭੜਕਾਉਣ ਲਈ ਕਦੇ ਡਰੈਸ ਪਾ ਲੈਂਦੇ ਹੋ, ਕਦੇ ਇਹ ਕਰਦੇ ਹੋ, ਕਦੇ ਗੁਰੂ ਗੋਬਿੰਦ ਸਿੰਘ ਜੀ ਦੀ ਰੀਸ ਕਰਦੇ ਹੋ, ਸਵਾਂਗ ਰਚਦੇ ਹੋ। ਇਹ ਤਾਂ ਪਤਾ ਹੀ ਸੀ ਨਾ ਇਹ ਚੀਜ਼ਾਂ ਕਿਉਂ ਕਰ ਰਹੇ ਹੋ ਤੁਸੀਂ, ਕਿਉਂਕਿ ਤੁਸੀਂ ਕਿਸੇ ਏਜੰਸੀਆਂ ਦੇ ਹੱਥ ਚੜ੍ਹ ਕੇ ਕਿਸੇ ਦੇ ਪਿੱਛੇ ਲੱਗ ਕੇ, ਬਾਬਾ ਏਜੰਸੀਆਂ ਦਾ ਬਾਬਾ ਵੀ ਕਿਹਾ ਜਾ ਸਕਦਾ, ਇਹ ਬਾਬਾ ਵੋਟਾਂ ਦਾ ਬਾਬਾ ਵੀ ਹੈ। ਦੁਕਾਨਦਾਰੀ ਚਲਾ ਕੇ ਆਪਣੀ ਵੋਟਾਂ ਦੇ ਨਾਂ ਦੇ ਐਕਸਪਲੈਟ ਕਰਨਾ, ਲੋਕਾਂ ਨੂੰ ਕਹਿਣਾ ਕਿਹੜੀ ਪਾਰਟੀ ਨੂੰ ਵੋਟਾਂ ਪਾਓ, ਇਹਨੂੰ ਨਾ ਪਾਓ, ਕਦੇ ਕਹਿਣਾ ਕਾਂਗਰਸ ਨੂੰ ਵੋਟਾਂ ਪਾਓ, ਕਦੇ ਕਦੇ ਅਕਾਲੀਆਂ ਨੂੰ ਪਾ ਦਿਓ, ਕਦੇ ਕਹਤਾ ਇਹ ਪਾਰਟੀ ਨੂੰ ਪਾ ਦਿਓ, ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਡੇਰੇ 'ਤੇ। ਤਾਂ ਇਹ ਸਾਰੀਆਂ ਗੱਲਾਂ ਕਰਕੇ ਤੁਸੀਂ ਕਿੱਥੇ ਕਹਿੰਦੇ ਹੋ ਕਿ ਅਸੀਂ ਬੇਨਕਾਬ ਨਹੀਂ ਹੋ? ਤੁਸੀਂ ਤਾਂ ਲੋਕਾਂ ਸਾਹਮਣੇ ਪਹਿਲਾਂ ਹੀ ਬੇਨਕਾਬ ਸੀ, ਅਦਾਲਤਾਂ 'ਚ ਨਹੀਂ ਸੀ, ਅਦਾਲਤਾਂ 'ਚ ਵੀ ਸਬੂਤ ਪਹੁੰਚ ਗਏ ਅਤੇ ਅਦਾਲਤਾਂ 'ਚ ਵੀ ਬੇਨਕਾਬ ਹੋ ਗਏ। ਜਸਵਿੰਦਰ ਜੀ, ਜੇਕਰ ਆਪਾਂ ਡੇਰਿਆਂ ਦੀ ਗੱਲ ਕਰੀਏ ਤਾਂ ਡੇਰਿਆਂ ਦੀ ਪੰਜਾਬ ਦੇ ਲੋਕਧਾਰਾ, ਪੰਜਾਬ ਦੇ ਸੱਭਿਆਚਾਰ 'ਚ ਇੱਕ ਵੱਡੀ ਥਾਂ ਰਹੀ ਆ। ਪਰ ਜਿਹੜੇ ਇਸ ਤਰ੍ਹਾਂ ਦੇ ਪਖੰਡੀ ਬਾਬੇ, ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ, ਇਕੱਲੇ ਰਾਮ ਰਹੀਮ ਨਹੀਂ, ਇਸ ਵਰਗੇ ਹੋਰ ਵੀ ਬਾਬੇ, ਕੀ ਇਹ ਲੋਕ ਮਾਨਸਿਕਤਾ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਨੇ? ਦੇਖੋ, ਪਖੰਡੀ ਬਾਬੇ ਕੋਈ ਇੱਕ ਬਾਬਾ ਨਹੀਂ ਹੈ, ਉਹੀ ਗੱਲ ਕਰਦੇ ਹਾਂ ਆਪਾਂ ਇਹ, ਕਿਉਂਕਿ ਬਾਬਾ ਤਾਂ ਹੁਣ ਇਹਨਾਂ ਨਾਲ ਲੱਗ ਜਾਂਦਾ, ਹੁਣ ਆਪਾਂ ਕਿਹੜਾ ਇਹਨਾਂ ਦੇ ਅੱਗੇ ਐਡਜੈਕਟਿਵ ਲਾਈਏ, ਪਰ ਇਹਨਾਂ ਦੀ ਭੂਮਿਕਾ ਹੀ ਰਹੀ ਹੈਗੀ। ਇਹ ਹੋਇਆ, ਆਪਾਂ ਦੂਸਰਾ ਦੇਖ ਲਓ ਜਿਹੜਾ ਬਾਪੂ ਆਸਾ ਰਾਮ ਜਿਹਨੂੰ ਕਿਹਾ ਜਾਂਦਾ ਸੀਗਾ, ਉੱਥੇ ਵੀ ਸਾਰੇ ਆਪਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਸਾਰੇ ਲੋਕ ਉਹਦੇ ਡੇਰੇ 'ਤੇ ਵੀ ਹਾਜ਼ਰੀ ਭਰਦੇ ਸੀਗੇ। ਤਾਂ ਇਸ ਕਰਕੇ ਇਹ ਜਿਹੜੇ ਨੇ ਪਖੰਡੀ ਲੋਕ, ਇਹ ਪਖੰਡੀ ਲੋਕ ਰੀਅਲ ਇਸ਼ੂ ਜਿਹੜੇ ਹੁੰਦੇ ਨੇ ਸਮਾਜ ਦੇ, ਕਿੱਥੇ ਤਾਂ ਕੰਪੈਰੀਜ਼ਨ ਆਪਣਾ ਕਰਦੇ ਨੇ ਕਿ ਅਸੀਂ ਹੈ ਨਾ, ਮਤਲਬ ਫਿਲਮ ਬਣਾਈ ਮੈਸੇਂਜਰ ਆਫ ਗੋਡ, ਰੱਬ ਦਾ ਦੂਤ, ਅਤੇ ਰੱਬ ਦੇ ਦੂਤਾਂ ਨੇ ਤਾਂ ਇੱਥੇ ਜਿੰਨੇ ਰੱਬ ਦੇ ਦੂਤ ਆਏ ਨੇ ਦੁਨੀਆ ਦੇ ਉੱਤੇ, ਉਹਨਾਂ ਨੇ ਤਾਂ ਦੁਨੀਆ ਬਦਲੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅਸੀਂ ਦੇਖਿਆ ਹੈਗਾ, ਜਾਂ ਉਦੋਂ ਪਹਿਲਾਂ ਤੁਸੀਂ ਚਲੇ ਜਾਓ, ਬੁੱਧ ਦਾ ਮੈਂ ਜ਼ਿਕਰ ਕਰ ਰਿਹਾ ਹੈਗਾ, ਉਹਦਾ ਸਦੀਆਂ ਪੁਰਾਣੀ ਗੱਲ ਹੈਗੀ। ਹਜ਼ਰਤ ਮੁਹੰਮਦ ਸਾਹਿਬ ਨੇ, ਰਾਮ ਨੇ, ਕ੍ਰਿਸ਼ਨ ਨੇ, ਜਿਹੜੇ ਵੀ ਵੱਡੇ ਹਰ ਧਰਮ ਦੇ ਜਿਹੜੇ ਗੁਰੂ ਹੋਏ ਨੇ ਜਾਂ ਆਗੂ ਹੋਏ ਨੇ, ਉਹਨਾਂ ਨੇ ਤਾਂ ਇੱਕ ਤਬਦੀਲੀਆਂ ਲਿਆਂਦੀਆਂ ਨਾ ਕਿ ਪਿੱਛੇ ਨੂੰ ਧੱਕਿਆ ਸਮਾਜ। ਪਖੰਡੀ ਬਾਬਿਆਂ ਨੇ ਜਾਂ ਕਹਿੰਦੀ ਇਹ ਹਿਪਨੋਟਾਈਜ਼ ਕਰ ਦਿੰਦੇ ਨੇ ਆਪਣੀ ਪੂਰੀ ਇਹਨਾਂ ਦੀ ਸੰਗਤ ਜਿਹੜੀ ਕਹਿੰਦੇ ਨੇ, ਇਹ ਉਹਨੂੰ ਹਿਪਨੋਟਾਈਜ਼ ਕਰ ਦਿੰਦੇ ਨੇ, ਇਹ ਲੌਜੀਕਲ ਕਰ ਦਿੰਦੇ ਨੇ, ਕਮਲਿਆਂ ਵਾਂਗੂ ਇਹਨਾਂ ਦੇ ਪਿੱਛੇ ਤੁਰ ਪੈਂਦੇ ਨੇ, ਔਰ ਜਿਹੜਾ ਇਹਨਾਂ ਦਾ ਵਿਰੋਧ ਕਰਦਾ ਉਹਨਾਂ ਦੇ ਕਤਲ ਹੁੰਦੇ ਨੇ, ਉਹਨਾਂ ਨੂੰ ਮਾਰ ਦਿੱਤੇ ਜਾਂਦੇ ਨੇ। ਪਹਿਲਾਂ ਵੀ ਹੋਇਆ, ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਉਹ ਉਲਟਾ ਸੀਗਾ। ਗੁਰੂ ਸਾਹਿਬ ਨੂੰ ਤੇ ਬਾਬਰ ਨੇ ਕਦੇ ਰੰਗਜੀਤ ਨਾਲ ਪੰਗਾ, ਕਦੇ ਬਾਬਰ ਨਾਲ ਪੰਗਾ। ਕ੍ਰਾਈਸਟ ਦਾ ਕਿਹਦੇ ਨਾਲ ਪੰਗਾ ਸੀਗਾ, ਕਿਵੇਂ ਉਹਨਾਂ ਨੂੰ ਸੂਲਾਂ ਦੇ ਉੱਤੇ ਸਲੀਬ 'ਤੇ ਟੰਗਿਆ ਗਿਆ। ਉਹ ਦੌਰ ਦੇ ਅੰਦਰ ਉਹ ਤਾਂ ਲੜ ਰਹੇ ਸੀ ਲੋਕਾਂ ਲਈ, ਆਪਣਿਆਂ ਲਈ ਲੜ ਕੇ, ਲੋਕਾਂ ਦੇ ਲਈ ਇੱਕ ਦੇਵੀ ਸ਼ਕਤੀ ਦੇ ਰੂਪ 'ਚ ਵੀ ਲੋਕਾਂ ਨੂੰ ਇਹ ਕਿਹਾ ਕਿ ਭਾਈ ਕਿਹਦੇ ਨਾਲ ਜੁੜੋ, ਸਾਡੇ ਨਾਲ ਨਾ ਜੁੜੋ। ਇਹ ਕਹਿੰਦੇ ਸਾਡੇ ਨਾਲ ਜੁੜੋ, ਉਹ ਕਹਿੰਦੇ ਪਰਮਾਤਮਾ ਨਾਲ ਜੁੜੋ। ਮਤਲਬ ਉਹ ਕਿਸੇ ਸ਼ਕਤੀ ਨਾਲ ਜੋੜਨ ਦੀ ਗੱਲ ਕਰਦੇ, ਜਿੱਥੋਂ ਬੰਦੇ ਨੂੰ ਇੱਕ ਐਨਰਜੀ ਮਿਲਦੀ ਹੈ, ਉਹ ਐਨਰਜੀ ਚੈਨਲਾਈਜ਼ ਹੋ ਕੇ ਬੰਦਾ ਇੱਕ ਸਹੀ ਉਹ 'ਚ ਰਹਿੰਦਾ ਹੈਗਾ, ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ, ਸਮਾਜਿਕ ਤੌਰ 'ਤੇ। ਪਰ ਇਹ ਕਹਿੰਦੇ ਸਾਡੇ ਨਾਲ ਜੁੜੋ, ਆਪਣੇ ਨਾਲ ਜੋੜ ਕੇ ਸਾਰੀ ਗੱਲ ਨੂੰ ਫਿਰ ਇੱਕ ਪੂਰਾ ਐਂ ਬਣਾ ਦੇਣਾ, ਕਲਟ ਖੜਾ ਕਰ ਦੇਣਾ ਆਪਣਾ। ਇਸ ਕਰਕੇ ਜਿੰਨੇ ਵੀ ਨੇ ਇਹ ਪਖੰਡੀ, ਜਿੰਨੇ ਵੀ ਨੇ ਭਾਰਤ 'ਚ ਬਹੁਤ ਸਾਰੇ ਪਖੰਡੀ ਨੇ, ਉਹਨਾਂ ਪਖੰਡੀਆਂ ਪਿੱਛੇ ਸਾਡੇ ਲੋਕਾਂ ਨੂੰ ਵੀ ਇਹ ਸਮਝਣ ਦੀ ਲੋੜ ਆ ਕਿ ਇਹਨਾਂ ਪਖੰਡੀਆਂ ਤੋਂ ਬਚਣਾ ਚਾਹੀਦਾ। ਇਹਨਾਂ ਪਖੰਡੀਆਂ ਪਿੱਛੇ ਲੱਗ ਜਾਂਦੇ ਨੇ, ਫਿਰ ਆਪਣੇ ਘਰ ਬਰਬਾਦ ਕਰਦੇ ਨੇ। ਕਿੰਨਿਆਂ ਦੀ ਸੰਪਤੀ ਚਲੀ ਗਿਆ। ਆਸਾ ਰਾਮ ਦੀ ਮੈਂ ਇੱਥੇ ਗਿਆ ਸੀ, ਬੰਦੇ ਆਸਾ ਰਾਮ ਦੇ ਸ਼ਰਧਾਲੂਆਂ ਨੇ ਮੈਨੂੰ ਬੁਲਾਇਆ, ਇੱਥੇ ਪਿੰਡ ਆ ਚੰਡੀਗੜ੍ਹ ਦੇ ਨੇੜੇ, ਉੱਥੇ ਜ਼ਮੀਨ ਕਹਿੰਦੀ ਪਲਾਟ ਕੱਟਾਂਗੇ, ਫਲੈਟ ਬਣਾਵਾਂਗੇ, ਵਿਲੇ ਬਣਾਵਾਂਗੇ। ਬਾਅਦ 'ਚੋਂ ਬਾਬਾ ਅੰਦਰ ਤੇ ਮੁੜ ਕੇ ਉਹਨਾਂ ਦੀ ਪੰਜੀ ਨਹੀਂ ਮੁੜੀ। ਧਰਨਾ ਲਾਇਆ ਕਿ ਉਹਦੇ ਸਮਰਥਕਾਂ ਨੇ, ਅਲੀਟ ਸਰ ਜਿਹੜਾ ਉਹਦੇ ਸਮਰਥਕ ਜਿਹਦੇ ਕੋਲ ਪੈਸਾ ਸੀ। ਇਸੇ ਤਰ੍ਹਾਂ ਸਰਸੇ ਵਾਲੇ ਕੋਲ ਬਹੁਤ ਸਾਰੇ ਲੋਕਾਂ ਦਾ ਪੈਸਾ ਡੁੱਬ ਗਿਆ, ਹੋਰ ਪਤਾ ਨਹੀਂ ਕਿੰਨੇ ਪਖੰਡੀ ਬਾਬੇ ਜਿਨ੍ਹਾਂ ਦਾ ਪੈਸਾ ਡੁੱਬਿਆ। ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਲੋਕਾਂ ਨੂੰ ਵੀ ਗੌਰ ਕਰਨ ਦੀ ਲੋੜ ਆ, ਲੋਕਾਂ ਨੂੰ ਵੀ ਚੇਤਨ ਹੋਣ ਦੀ ਲੋੜ ਆ। ਨਹੀਂ ਤਾਂ ਫਿਰ ਇਸੇ ਤਰੀਕੇ ਦੇ ਨਾਲ ਇਹ ਸਮਾਜ ਨੂੰ ਸ਼ੋਸ਼ਿਤ ਕਰਦੇ ਰਹਿਣਗੇ, ਪਹਿਲਾਂ ਵੀ ਕਰਦੇ ਰਹੇ ਨੇ, ਅੱਗੇ ਵੀ ਕਰਦੇ ਰਹਿਣਗੇ। ਜਦੋਂ ਇਸ ਤਰ੍ਹਾਂ ਦੇ ਬਾਬੇ ਉੱਭਰਦੇ ਨੇ ਤਾਂ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਥਾਪੜਾ ਜ਼ਰੂਰ ਹੁੰਦਾ। ਜੇਕਰ ਬਾਬਿਆਂ ਦੀ ਗੱਲ ਕਰੀਏ ਤਾਂ ਬਾਬਿਆਂ ਦਾ, ਸੱਤਾ ਦਾ ਤੇ ਮਾਫੀਆ ਦਾ ਆਪਸ 'ਚ ਕੀ ਰਿਸ਼ਤਾ? ਦੇਖੋ, ਇਹਨਾਂ ਦਾ ਰਿਸ਼ਤਾ ਹੈ। ਤੁਸੀਂ ਦੇਖੋ ਡੀਮੋਨੇਟਾਈਜੇਸ਼ਨ ਵੇਲੇ ਪੈਸੇ ਸਭ ਤੋਂ ਜ਼ਿਆਦਾ, ਕਿਉਂਕਿ ਇਹਨਾਂ ਦਾ ਕੀ ਹੈ, ਕੋਈ ਟੈਕਸ ਨਹੀਂ ਹੁੰਦਾ। ਕਈ ਵਾਰ ਪੈਸੇ ਜਿੰਨੇ ਆ ਗਏ, ਜਿੱਥੇ ਪੈ ਗਏ ਪੈਸੇ ਆ ਗਏ, ਉਹਨਾਂ ਦੀ ਕੋਈ ਗਿਣਤੀ ਮਿਣਤੀ ਆਪਣੇ ਤਰੀਕੇ ਨਾਲ ਸਾਰਾ ਚਲਾਉਂਦੇ ਨੇ। ਇਹ ਕੈਸ਼ ਮਨੀ ਵਾਧੂ ਹੁੰਦੀ ਇਹਨਾਂ ਕੋਲ, ਉਹਨੂੰ ਵਰਤਦੇ ਨੇ। ਫਿਰ ਇਹਨਾਂ ਨੇ ਅਗਰ ਉਹਨੂੰ ਵਾਈਟ ਕਰਨਾ, ਬਲੈਕ ਨੂੰ ਵਾਈਟ ਕਰਨਾ, ਬੇਸਿਕਲੀ ਇਹ ਜਿਹੜੇ ਡੇਰੇ ਨੇ ਇਹ ਬਲੈਕ ਨੂੰ ਵਾਈਟ ਕਰਨ ਦੇ ਲਈ ਵੀ ਵਰਤੇ ਜਾਂਦੇ ਨੇ। ਵੱਡੇ ਧਨਾੜ ਲੋਕਾਂ ਦਾ ਇਹਨਾਂ ਨਾਲ ਜੁੜਨਾ ਜਿਹੜਾ ਹੁੰਦਾ, ਉਹ ਕਈ ਵਾਰ ਪੈਸੇ ਦੇ ਪੱਧਰ 'ਤੇ ਜੁੜਿਆ ਹੁੰਦਾ। ਲੋਕ ਦੇਖਦੇ ਐਡਾ ਵੱਡਾ ਬੰਦਾ ਇਹ ਡੇਰੇ 'ਚ ਕਿਉਂ ਜਾ ਰਿਹਾ, ਉਹਦੇ ਪਿੱਛੇ ਜਿਹੜੀ ਖੇਡ ਹੁੰਦੀ ਆ ਉਹ ਪੈਸੇ ਨਾਲ ਜੁੜੀ ਹੁੰਦੀ ਹੈ। ਆਪਣੀ ਬਲੈਕ ਮਨੀ ਨੂੰ ਵਾਈਟ ਕਿਵੇਂ ਕਰਨਾ, ਅਮੀਰ ਲੋਕ ਇਹਨਾਂ ਡੇਰਿਆਂ ਦੇ ਨਾਲ ਜੁੜਦੇ ਨੇ ਬਲੈਕ ਮਨੀ ਨੂੰ ਵਾਈਟ ਕਰਨ ਦੇ ਲਈ।
ਇਸੇ ਤਰੀਕੇ ਦੇ ਨਾਲ ਮਾਫੀਆ ਜਿਹੜਾ ਮਾਫੀਆ ਕੋਲ ਪੈਸਾ, ਮੰਨ ਲਓ ਪੈਸਾ ਇਕੱਠਾ ਕਰ ਲਿਆ, 50 ਕਰੋੜ 100 ਕਰੋੜ ਰੁਪਇਆ ਇਕੱਠਾ ਕਰ ਲਿਆ ਤੁਹਾਡੇ ਕੋਲੇ, ਮਤਲਬ ਉਹ ਆ ਗਿਆ ਕੈਸ਼ 'ਚ ਆ ਗਿਆ, ਉਹਨੂੰ ਹੁਣ ਵਾਈਟ ਕਰਨਾ। ਵਾਈਟ ਕਿਵੇਂ ਕਰੋਗੇ? ਇਹੋ ਜਿਹੀਆਂ ਥਾਵਾਂ ਦੇ ਨਾਲ ਜੁੜ ਕੇ। ਇਹ ਪਖੰਡੀ ਲੋਕ ਨੇ ਜਿਹੜੇ, ਇਹਨਾਂ ਕੋਲ ਬਹੁਤ ਸਾਰੇ ਟਰਸਟ, ਬਹੁਤ ਸਾਰੀਆਂ ਚੀਜ਼ਾਂ, ਉਸ ਗੋਲ ਮੋਲ ਕਰਕੇ ਉਸ ਬਲੈਕ ਮਨੀ ਨੂੰ ਵਾਈਟ ਕਰਦੇ ਨੇ ਅਤੇ ਇਹਨਾਂ ਦੇ ਉੱਤੇ ਕੋਈ ਨਕੇਲ ਨਹੀਂ ਕਰ ਸਕਦਾ। ਹੁਣ ਆਪਾਂ ਯੂਪੀ ਦਾ ਮਾਮਲਾ ਦੇਖਿਆ, ਉੱਥੇ ਕਿਵੇਂ ਰੌਲਾ ਪਿਆ ਗਾ। ਯੂਪੀ ਦੇ ਅੰਦਰ ਇੱਕ ਧਾਰਮਿਕ ਆਗੂ ਨੂੰ, ਹਿੰਦੂ ਧਰਮ ਦੇ ਨੂੰ, ਜਿਹੜਾ ਕਿਹਾ ਗਿਆ ਕਿ ਜਿਨ੍ਹਾਂ ਨੇ ਸੁਸਾਈਡ ਕੀਤੀ, ਉਹਦੇ ਪਿੱਛੇ ਬਹੁਤ ਵੱਡੀ ਖੇਡ ਹੈ, ਉਹਦੇ ਪਿੱਛੇ ਪੂਰਾ ਮਾਫੀਆ ਗਾ। ਉਹ ਮਾਫੀਆ ਪੋਲੀਟਿਕਸ ਨਾਲ ਜੁੜਿਆ ਹੋਇਆ ਗਾ। ਚੋਣਾਂ ਆ ਰਹੀਆਂ ਨੇ ਉੱਤਰ ਪ੍ਰਦੇਸ਼ ਦੇ ਅੰਦਰ, ਇਹ ਬਾਬੇ ਚੋਣਾਂ ਨੂੰ ਪ੍ਰਭਾਵਿਤ ਵੀ ਕਰਦੇ ਨੇ, ਫੰਡਿੰਗ ਵੀ ਕਰਦੇ ਨੇ, ਔਰ ਆਪਣੇ ਤਰੀਕੇ ਨਾਲ ਸੱਤਾ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਨੇ। ਇਸੇ ਕਰਕੇ ਪੋਲੀਟੀਸ਼ੀਅਨ ਜਾ ਕੇ ਇਹਨਾਂ ਦੇ ਚਰਨਾਂ 'ਚ ਬਹਿੰਦੇ ਨੇ, ਪੋਲੀਟੀਸ਼ੀਅਨਾਂ ਦੇ ਪੈਰਾਂ 'ਚ ਪੈਂਦੇ ਨੇ। ਬਹੁਤ ਵੱਡੀ ਫੰਡਿੰਗ ਦਾ ਮਸਲਾ, ਜਾਂ ਉਹਨਾਂ ਨੂੰ ਦਚਾਇਆ ਜਾਂਦਾ ਕਿ ਸਾਡੇ ਕੋਲੇ ਸਾਰੇ ਗੁਰ ਨੇ, ਅਸੀਂ ਦੱਸਦੇ ਹਾਂ ਤੁਹਾਨੂੰ ਸਮਾਜ ਨੂੰ, ਵੋਟ ਬੈਂਕ ਹੁੰਦਾ ਉਹਨਾਂ ਕੋਲੇ। ਡੇਰੇ 'ਤੇ ਕਿਉਂ ਜਾਂਦੇ ਨੇ, ਜਾਂ ਡੇਰਿਆਂ 'ਤੇ ਜਾਂ ਇਹਨਾਂ ਥਾਵਾਂ 'ਤੇ ਕਿਉਂ ਜਾਂਦੇ ਨੇ ਪੋਲੀਟੀਸ਼ੀਅਨ? ਧਾਰਮਿਕ ਸਥਾਨਾਂ 'ਤੇ ਵੀ ਦੇਖੋ, ਧਾਰਮਿਕ ਸਥਾਨਾਂ 'ਤੇ ਕੋਈ ਜਾਣਾ ਮਾੜੀ ਗੱਲ ਨਹੀਂ ਗੀ, ਪਰ ਧਾਰਮਿਕ ਸਥਾਨਾਂ ਚੋਣਾਂ ਦੇ ਦਿਨਾਂ 'ਚ ਗੇੜੇ ਕਿਉਂ ਵੱਧ ਜਾਂਦੇ ਨੇ ਸਭ ਦੇ? ਇਸ ਕਰਕੇ, ਕਿਉਂਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਐਕਸਪਲੋਇਟ ਕਰਨਾ। ਕਿ ਦੇਖੋ ਜੀ, ਹਿੰਦੂਆਂ ਦੇ ਜਾ ਕਹਿਣਗੇ ਸਭ ਤੋਂ ਵੱਡੇ ਹਿੰਦੂ ਆਂਗੇ, ਸਿੱਖਾਂ ਦੇ ਜਾ ਕਹਿਣਗੇ ਸਭ ਤੋਂ ਵੱਡੇ ਸਿੱਖ ਆਂਗੇ, ਡੇਰਿਆਂ ਦੇ ਜਾ ਕਹਿਣਗੇ ਅਸੀਂ ਇਸੇ ਬਾਬੇ ਦੇ ਫੋਲੋਅਰ ਹਾਂ ਪੋਲੀਟੀਸ਼ੀਅਨ। ਅਤੇ ਜਿਹੜੇ ਉਹਨਾਂ ਨਾਲ ਜੁੜੇ ਲੋਕ ਨੇ, ਉਹਨਾਂ ਨੂੰ ਲੱਗਦਾ ਯਾਰ ਸਾਡੇ ਆਏ ਨੇ ਇਹ, ਫਰਕ ਪੈਂਦਾ ਤਾਂ ਹੀ ਜਾਂਦੇ ਨੇ। ਜਿਹੜੇ ਲੋਕਾਂ ਦਾ ਫਰਕ ਪੈਂਦਾ ਹੈਗਾ ਤਾਂ ਹੀ ਜਾਂਦੇ ਨੇ। ਇਸ ਕਰਕੇ ਇਹ ਸਾਰਾ ਨੈਕਸਸ ਆ ਜਿਹੜਾ ਪੋਲੀਟੀਸ਼ੀਅਨ, ਬਾਬੇ ਅਤੇ ਮਾਫੀਆ, ਇਹ ਨੈਕਸਸ ਆ ਪੋਲੀਟੀਸ਼ੀਅਨ, ਬਾਬਿਆਂ ਅਤੇ ਮਾਫੀਆ ਦਾ, ਜਿਹੜਾ ਨੈਕਸਸ ਸਮਾਜ ਨੂੰ ਬਰਬਾਦ ਕਰਦਾ ਗਾ। ਔਰ ਇਹ ਗੱਲਾਂ ਬਹੁਤ ਡੂੰਘੀਆਂ ਜੁੜੀਆਂ ਹੁੰਦੀਆਂ ਨੇ। ਲੋਕਾਂ ਨੂੰ ਲੱਗਦਾ ਐਵੇਂ, ਮੈਂ ਦੇਖਦਾ ਹੁੰਦਾ ਕਈ ਵਾਰ ਬਹੁਤ ਵੱਡੇ ਬੰਦੇ, ਮੈਂ ਨਾਂ ਨਹੀਂ ਲੈਣੇ ਹੁਣ, ਜਦੋਂ ਜਾਂਦੇ ਆ ਕਹਿੰਦੇ ਜੀ ਇਹ ਤਾਂ ਬਾਬੇ ਦੇ ਭਗਤ ਨੇ। ਭਗਤ ਨਹੀਂ ਹੁੰਦੇ ਉਹ, ਉਹਦੀ ਸਾਰੀ ਕੈਪੀਟਲ ਆ ਜਿਹੜੀ ਆ ਰਹੀ ਹੁੰਦੀ ਹੈ, ਉਹਦੇ ਵੀ ਇੱਕ ਸਾਧਨ ਹੁੰਦਾ ਉਸ ਬਲੈਕ ਮਨੀ ਨੂੰ ਕਿਵੇਂ ਵਾਈਟ ਕਰਨਾ ਗਾ, ਕਿਵੇਂ ਵੱਡੀ ਮਨੀ ਦੇ ਉੱਤੇ ਕਬਜ਼ਾ ਰੱਖਣਾ ਗਾ। ਦੇਖੋ ਬਾਕੀ ਸਾਰੇ ਕੰਮ ਤਾਂ ਪ੍ਰੋਡਕਸ਼ਨ ਨਾਲ ਹੀ ਹੁੰਦੇ ਨੇ ਨਾ। ਜੇ ਅਸੀਂ ਕੰਮ ਕਰਾਂਗੇ ਤਾਂ ਸ਼ਾਮ ਨੂੰ ਖਾਣ ਨੂੰ ਮਿਲ ਜੂ, ਨਹੀਂ ਮਿਲਣਾ। ਇਹਨਾਂ ਦੇ ਤਾਂ ਕੋਈ ਕੰਮ ਹੀ ਨਹੀਂ ਹੁੰਦਾ। ਕੰਮ ਤੇ ਹੋਰ ਹੱਥ ਆ ਕੇ ਕਰਦੇ ਨੇ, ਪੈਸਾ ਕਿਸੇ ਹੋਰ ਹੱਥਾਂ 'ਚ। ਇੱਕ ਹੱਥ ਆ ਕੇ ਜਦੋਂ ਕਿਤੇ ਕੰਮ ਕਰਦੇ ਆ, ਲੱਖਾਂ ਬੰਦਾ ਕੰਮ ਕਰਦਾ ਇਹਨਾਂ ਲਈ, ਮਾਨਸਿਕ ਪੱਧਰ 'ਤੇ, ਸਮਾਜਿਕ ਪੱਧਰ 'ਤੇ ਐਡੀ ਵੱਡੀ ਔਰਗਨਾਈਜੇਸ਼ਨ ਬਣਾ ਲੈਂਦੇ ਨੇ, ਸਰੀਰਕ ਪੱਧਰ ਦੇ ਉੱਤੇ ਵੀ। ਤਾਂ ਉਹਦੇ ਨਾਲ ਮਨੀ ਵੀ ਮਨੀ ਆ। ਉਹ ਪੈਸਾ, ਮਨੀ ਕੀ ਹੈਗੀ? ਮਨੀ ਆਪਣੇ ਆਪ ਤਾਂ ਕੋਈ ਚੀਜ਼ ਨਹੀਂ ਹੈਗੀ। ਮਨੀ ਤਾਂ ਪ੍ਰੋਡਕਸ਼ਨ ਨਾਲ ਜੁੜੀ ਹੋਈ ਚੀਜ਼ ਆ। ਪੈਸਾ ਤਾਂ ਕਿਸੇ ਚੀਜ਼ ਨਾਲ ਜੁੜਿਆ ਹੋਇਆ ਨਾ। ਪੈਸਾ ਬਣਦਾ ਕਿਵੇਂ ਹੈਗਾ? ਉਹ ਬਣਨ ਵਾਲੇ ਸਾਧਨ ਸਾਰੇ ਇਹਨਾਂ ਕੋਲ ਆਉਂਦੇ ਨੇ। ਫਿਰ ਉਹ ਵੱਡੇ ਪੈਸੇ 'ਤੇ ਕਬਜ਼ਾ, ਡੇਰਿਆਂ 'ਤੇ ਕਬਜ਼ੇ ਦੀਆਂ ਲੜਾਈਆਂ ਕਿਉਂ ਹੁੰਦੀਆਂ ਨੇ? ਤੁਸੀਂ ਦੇਖਦੇ ਹੋ ਕਿ ਡੇਰੇ 'ਤੇ ਹੁਣ ਇਹਦੀ ਗੱਦੀ ਲੈ ਗਈ, ਗੱਦੀ ਦੀ ਲੜਾਈ ਕਿੰਨੀ ਚੱਲੀ। ਹਨੀਪ੍ਰੀਤ ਅਤੇ ਦੂਜੇ ਪਾਸੇ ਹੋਰ ਸਾਧਵੀਆਂ, ਤੀਜੇ ਪਾਸੇ ਦਿੱਤੇ ਇਨਸਾ, ਬਾਬੇ ਦਾ ਪਰਿਵਾਰ, ਗੱਦੀ ਪਿੱਛੇ ਲੜਾਈ ਹੋਈ। ਗੱਦੀ 'ਤੇ ਕਬਜ਼ਾ ਹਨੀਪ੍ਰੀਤ ਦਾ ਹੋਵੇ, ਗੱਦੀ 'ਤੇ ਕਬਜ਼ਾ ਦੂਜੀਆਂ ਸਾਧਵੀਆਂ ਦਾ ਹੋਵੇ, ਗੱਦੀ 'ਤੇ ਕਬਜ਼ਾ ਡੇਰੇ ਵਾਲੇ ਦੇ ਪਰਿਵਾਰ ਦਾ ਹੋਵੇ, ਆਪ ਹੈ ਨਹੀਂ ਗਾ ਪਖੰਡੀ ਬਾਬਾ। ਇਹ ਸਾਰੀਆਂ ਚੀਜ਼ਾਂ ਇਸੇ ਕਰਕੇ ਹੁੰਦੀਆਂ ਨੇ ਕਿਉਂਕਿ ਬਹੁਤ ਵੱਡੀ ਇੱਕ ਮਨੀ ਇਨਵੋਲਵ ਹੁੰਦੀ ਹੈ, ਬਹੁਤ ਵੱਡੇ ਪੱਧਰ 'ਤੇ ਪੈਸਾ ਇਨਵੋਲਵ ਹੁੰਦਾ, ਉਹਦੇ 'ਚੋਂ ਸਾਰੀ ਗੇਮ ਚੱਲਦੀ ਹੈ। ਇਸੇ ਕਰਕੇ ਇਹ ਸਾਰਾ ਕੁਛ ਹੁੰਦਾ। ਰਾਜਨੀਤਿਕ ਪਾਰਟੀਆਂ ਕਿਹਾ ਜਾਂਦਾ ਹੈਗਾ ਕਿ ਹਮੇਸ਼ਾ ਜਦੋਂ ਪਹਿਲਾਂ ਇਲੈਕਸ਼ਨ ਸੀ 2014 'ਚ ਆਏ ਮੋਦੀ, ਉਦੋਂ ਇਹ ਡੇਰੇ ਦੇ ਨਾਲ ਸੰਬੰਧ ਕੀਤਾ। ਕਹਿੰਦੇ ਇਹ ਫੈਸਲਾ ਵੀ ਜਿਹੜਾ ਆਇਆ ਹੈਗਾ, ਜਿਹੜਾ ਇੰਨਾ ਬਾਬੇ ਨੂੰ ਰਗੜਿਆ, ਉਹ 'ਚ ਬੀਜੇਪੀ ਦਾ ਵੀ ਕਿਤੇ ਹੱਥ ਸੀਗਾ। ਕਿ ਸਾਡਾ ਵੇਟ ਕਰਾਇਆ, ਅਮਿਤ ਸ਼ਾਹ ਵਰਗੇ ਬੰਦੇ ਦਾ ਵੇਟ ਕਰਾਇਆ, ਜਿਹੜਾ ਇਸ ਟਾਈਮ ਦੇਸ਼ ਦਾ ਗ੍ਰਹਿ ਮੰਤਰੀ ਹੈ। ਇਹ ਗੱਲਾਂ ਚੱਲਦੀਆਂ ਨੇ, ਕਨਫਰਮੇਸ਼ਨ ਤਾਂ ਕੋਈ ਨਹੀਂ ਹੈ, ਪਰ ਆਪਾਂ ਦੇਖਿਆ ਇਹਦੇ ਤਾਂ ਡੇਰੇ ਵਾਲੇ ਦੇ, ਆਪਣੇ ਪੰਜਾਬ ਦੇ ਸਾਰੇ ਪੋਲੀਟੀਸ਼ੀਅਨ ਇਹਦੇ ਜਾ ਕੇ ਪੈਰੀ ਪੈਂਦੇ ਸੀਗੇ। ਕੋਈ ਇੱਕ ਵੀ ਪਾਰਟੀ ਦਾ ਪੋਲੀਟੀਸ਼ੀਅਨ ਦੱਸੋ ਜਿਹੜਾ ਇਹਦੇ ਪੈਰੀ ਨਾ ਪਿਆ ਹੋ। ਹਰ ਪਾਰਟੀ ਦਾ ਪੋਲੀਟੀਸ਼ੀਅਨ ਜਾ ਕੇ ਇਹਦੀ ਪੈਰੀ ਪਿਆ। ਅਤੇ ਇਸ ਕਰਕੇ ਇਹਨਾਂ ਨੂੰ ਵੀ ਲੋਕਾਂ ਨੂੰ ਸਮਝਣ ਦੀ ਲੋੜ ਹੈ। ਤੱਕ ਲੋਕ ਅਵੇਅਰ ਨਹੀਂ ਹੋਣਗੇ, ਐਂ ਚੱਲਦਾ ਰਹੂ। ਯਾਦਵਿੰਦਰ ਜੀ, ਜਿਵੇਂ ਇੱਕ ਸ਼ਾਇਰ ਨੇ ਲਿਖਿਆ ਕਿ ਸਾਨੂੰ ਆਖਦੇ ਨੇ ਰਾਮ ਨਾਮ ਲੁੱਟ ਲਓ, ਆਪ ਬਾਬੇ ਮੌਜਾਂ ਲੁੱਟਦੇ। ਲੋਕ ਕਿਵੇਂ ਬਾਹਰ ਆਉਣ, ਕਿਵੇਂ ਅਵੇਅਰ ਹੋਣ, ਸਾਰੇ ਪਖੰਡ ਦੇ ਢਾਂਚੇ 'ਚੋਂ ਕਿਵੇਂ ਬਾਹਰ ਆਉਣ, ਕੀ ਕਰਨਾ ਚਾਹੀਦਾ ਲੋਕਾਂ ਨੂੰ? ਦੇਖੋ ਇੱਕ ਗੱਲ ਆਪਾਂ ਕਲੀਅਰ ਕਰਦੇ, ਕਈ ਵਾਰ ਫਿਰ ਇਹ ਹੁੰਦਾ ਗਾ ਕਿ ਦੇਖੋ ਜੀ ਇਹ ਤਾਂ ਕਿਸੇ ਧਰਮ ਦੇ ਨਾਲ ਜੁੜਨਾ, ਅਧਿਆਤਮ ਦੇ ਨਾਲ ਅਧਿਆਤਮਕ ਹੋਣਾ ਕੋਈ ਮਾੜੀ ਗੱਲ ਨਹੀਂ ਗੀ, ਹੈ ਨਾ। ਅਧਿਆਤਮ ਬੰਦੇ ਨੂੰ ਸਟਰੋਂਗ ਕਰਦਾ ਗਾ। ਉਹਦੇ ਬੰਦੇ ਦੀ, ਜਿਵੇਂ ਗੁਰਬਾਣੀ ਦੇ ਅੰਦਰ ਵੀ ਹੁੰਦਾ, ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਹੈ ਨਾ। ਬੰਦਾ ਆਪਣੇ ਆਪ ਦੇ ਬਾਰੇ ਰੀਥਿੰਕ ਕਰਦਾ, ਆਪਣੇ ਆਪ ਤੋਂ ਡੀਟੈਚ ਹੁੰਦਾ। ਜਿਹੜੀਆਂ ਚੀਜ਼ਾਂ ਨੇ ਬੰਦੇ ਨੂੰ ਆਪਣੇ ਆਪ ਤੋਂ ਡੀਟੈਚ ਕਰਦੀਆਂ ਨੇਗੀਆਂ। ਪਰ ਜਦੋਂ ਤੁਸੀਂ ਇਹ ਬੰਦਿਆਂ ਦੇ ਜ਼ਰੀਏ ਰੱਬ ਲੱਭਣ ਲੱਗ ਜਾਂਦੇ ਹੋ, ਇਹਨਾਂ ਦੇ ਜ਼ਰੀਏ ਤੁਸੀਂ ਭਾਲਦੇ ਹੋ ਸਾਡੀ ਮੁਕਤੀ ਹੋ ਜਾਏਗੀ, ਤਾਂ ਤੁਹਾਡੀਆਂ ਭਾਵਨਾਵਾਂ ਨੂੰ ਐਕਸਪਲਾਈਟ ਕਰਦੇ ਨੇ। ਮੈਂ ਨਹੀਂ ਕਹਿੰਦਾ ਸਾਰੇ, ਇਹ ਵੀ ਗੱਲ ਗਲਤ ਹੈਗਾ। ਬਹੁਤ ਫੱਕਰ ਬਾਬੇ ਵੀ ਨੇ, ਬੜੇ ਦਰਵੇਸ਼ ਲੋਕ ਵੀ ਹੈਗੇ ਨੇ ਦੁਨੀਆ 'ਤੇ। ਮੈਂ ਤਾਂ ਦੇਖੇ ਨੇ, ਹੈਗੇ ਨੇ ਦਰਵੇਸ਼ ਲੋਕ। ਇਹ ਨਹੀਂ ਕਿ ਦਰਵੇਸ਼ ਲੋਕ ਨਹੀਂ ਹੈਗੇ, ਪਰ ਉਹ ਦਰਵੇਸ਼ ਲੋਕ ਤੁਹਾਨੂੰ ਦਿਖਣਗੇ ਨਹੀਂ। ਜਿਹੜੇ ਕਹਿੰਦੇ ਨਾ ਦਿਖਾਓ ਬੰਦੇ ਹੈਗੇ ਨੇ ਦੁਨੀਆ 'ਤੇ। ਉਹ ਆਪਦਾ ਪ੍ਰਚਾਰ ਨਹੀਂ ਕਰਦੇ, ਉਹ ਕਿਤੇ ਜਾਂਦੇ ਨਹੀਂ ਗੇ, ਉਹ ਆਪਣੀ ਅਵਸਥਾ 'ਚ ਬੈਠੇ ਨੇ।
ਉਹਨਾਂ ਨੂੰ ਕੋਈ ਫੇਮ ਦੀ ਲੋੜ ਨਹੀਂ, ਉਹਨੂੰ ਕੋਈ ਭੁੱਖ ਨਹੀਂ, ਉਹਨੂੰ ਕਿਸੇ ਮੀਡੀਆ ਦੀ ਲੋੜ ਨਹੀਂ, ਉਹ ਕੋਈ ਪਬਲਿਸਿਟੀ ਨਹੀਂ ਕਰਦੇ, ਉਹ ਤਾਂ ਆਪਣੇ ਆਨੰਦ 'ਚ ਬੈਠੇ ਨੇ। ਹੈਗੇ ਇਹੋ ਜਿਹੇ ਲੋਕ, ਪਰ ਉਹ ਥੋੜ੍ਹੇ ਨੇ, ਉਹ ਬਹੁਤ ਛੋਟੀ ਗਿਣਤੀ ਹੈ। ਇਹੋ ਜਿਹੇ ਜਿਹੜੇ ਪਖੰਡੀ ਠੱਗ ਨੇ ਉਹ ਬਹੁਤ ਵੱਡੇ ਪੱਧਰ 'ਤੇ ਨੇ। ਤਾਂ ਇਹ ਜਿਹੜੇ ਠੱਗਾਂ ਤੋਂ ਬਚਣ ਦੀ ਲੋੜ ਇਸ ਕਰਕੇ ਹੁੰਦੀ ਹੈ ਕਿ ਇਹਨਾਂ ਨੇ ਤੁਹਾਡੇ ਨਾਲ ਹਮੇਸ਼ਾ ਤੁਹਾਡੀਆਂ ਭਾਵਨਾਵਾਂ ਨੂੰ ਐਕਸਪਲੋਇਟ ਕਰਨਾ। ਦਰਵੇਸ਼ ਅਤੇ ਫੱਕਰ ਬੰਦੇ ਹੋਏ ਨੇ ਇੱਥੇ, ਪਹਿਲਾਂ ਵੀ ਦੁਨੀਆ 'ਤੇ ਹੋਏ ਨੇ, ਹੁੰਦੇ ਰਹਿਣਗੇ, ਹੁਣ ਵੀ ਨੇ। ਉਹ ਨਹੀਂ ਕਦੇ ਕਹਿੰਦੇ, ਮਤਲਬ ਮੈਂ ਪਰਸਨਲ ਐਕਸਪੀਰੀਅੰਸ ਦੱਸਦਾ, ਇਹੋ ਜਿਹੇ ਬੰਦੇ ਹੈਗੇ ਨੇ ਜਿਨ੍ਹਾਂ ਦਾ ਕੋਈ ਨਹੀਂ, ਜਿਨ੍ਹਾਂ ਨੂੰ ਕੋਈ ਉਹਨਾਂ ਕੋਲ ਚਲਾ ਵੀ ਜਾਵੇ ਉਹਨਾਂ ਨੂੰ ਕਿਹਾ ਹੈ ਨਹੀਂ, ਤੁਸੀਂ ਉਹਨੇ ਸੰਗਤ ਮਾਣਦੇ ਹੋ, ਤੁਹਾਨੂੰ ਪਤਾ ਲੱਗਦਾ ਯਾਰ ਇਹੋ ਜਿਹੇ ਬੰਦੇ ਨੇ ਦੁਨੀਆ 'ਤੇ। ਉਹਨਾਂ ਲਈ ਕੋਈ ਨਹੀਂ ਗਾ ਕੋਈ ਮੈਂ ਆ ਗਿਆ ਜਾਂ ਨਹੀਂ ਆਇਆ, ਜਾਂ ਕੋਈ ਮੇਰੇ ਕੋਲ ਆ ਗਿਆ ਜਾਂ ਨਹੀਂ ਆਇਆ। ਉਹ ਅਵਸਥਾ ਹੀ ਹੋਰ ਹੈਗੀ। ਇਹਨਾਂ ਵਰਗੀ ਅਵਸਥਾ ਵਾਲੇ ਬੰਦੇ ਨਹੀਂ ਗੇ ਜਿਹੜੇ ਇਹਨਾਂ ਲਾਈਮਲਾਈਟ ਭਾਲਦੇ ਨੇ। ਅਧਿਆਤਮ ਤੇ ਆਪਦੇ ਆਪ ਨੂੰ ਸਿਫਰ ਕਰਨ ਵਾਲੀ ਗੱਲ ਆ ਨਾ। ਅਧਿਆਤਮ ਦੀ ਜਿਹੜੀ ਅਵਸਥਾ ਉਹ ਸਿਫਰ ਦੀ ਅਵਸਥਾ ਹੈਗੀ, ਆਪਣੇ ਆਪ ਨੂੰ ਜ਼ੀਰੋ ਕਰ ਲੈਣਾ। ਅਤੇ ਉਹ ਜ਼ੀਰੋ ਕਰਨ ਵਾਲੀ ਅਵਸਥਾ 'ਚ ਉਹੀ ਆਊਗਾ ਜਿਹੜਾ ਇਹ ਤਾਮ ਝਾਮ ਲਾਈਮਲਾਈਟ ਸਾਰੇ ਕਾਸੇ ਤੋਂ ਬਚਿਆ ਹੋਇਆ ਹੋਊਗਾ। ਜਿਹਨੂੰ 24 ਘੰਟੇ ਭੁੱਖ ਹੋਵੇ ਮੇਰੀ ਫਿਲਮ ਬਣ ਜੇ, ਮੈਂ ਟੀ ਵੀ 'ਤੇ ਆ ਜਾਂ। ਹੁਣ ਤਾਂ ਬਾਬੇ ਸਾਰੇ ਟੀ ਵੀ ਦਾ ਕਾਰੋਬਾਰ ਕਰਦੇ ਨੇ, ਉਹਨਾਂ 'ਚ ਥੋੜ੍ਹੀ ਆ ਜੂ। ਇਸ ਕਰਕੇ ਉਹ ਜਿਹੜੇ ਬੰਦੇ ਹੈਗੇ, ਜਿਹੜੇ ਮੈਂ ਤਾਂ ਕਹਿ ਰਿਹਾ ਹੈਗਾ ਕਿ ਕਈ ਵਾਰ ਹੁੰਦਾ ਕਿ ਇੱਕੋ ਲਪੇਟੇ ਸਾਰੇ ਲੈ ਲਏ, ਐਂ ਨਹੀਂ ਹੈਗਾ। ਬੰਦਾ ਬਹੁਤ ਸਾਰੇ ਫੇਜ਼ 'ਚੋਂ ਗੁਜ਼ਰਦਾ। ਕਦੇ ਮੈਨੂੰ ਵੀ ਲੱਗਦਾ ਹੁੰਦਾ ਸ਼ਾਇਦ ਕੋਈ ਨਹੀਂ ਇਹੋ ਜਿਹਾ। ਇਹੋ ਜਿਹੇ ਬੰਦੇ ਹੈਗੇ ਨੇ ਜਿਹੜੇ ਦਰਵੇਸ਼ ਨੇ, ਫੱਕਰ ਨੇ, ਜਿਨ੍ਹਾਂ ਦਾ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਹੈਗਾ, ਜਿਨ੍ਹਾਂ ਦੇ ਲਈ ਕਿਸੇ ਵੀ ਧਰਮ ਦੇ ਹੋਣ ਉਹ ਕਦੇ ਐਂ ਹੱਦਬੰਦੀਆਂ ਨਹੀਂ ਹੈਗੀਆਂ, ਜਿਹੜੇ ਕਿਸੇ ਦਾ ਨਫ਼ਰਤ ਨਹੀਂ ਪੈਦਾ ਕਰਦੇ, ਜਿਹੜੇ ਪਿਆਰ ਵੰਡ ਰਹੇ ਨੇ, ਪਿਆਰ ਵੰਡ ਰਹੇ ਨੇ। ਔਰ ਪਿਆਰ ਵੀ ਕੋਈ ਐਂ ਨਹੀਂ ਵੰਡ ਰਹੇ ਕਿ ਇਸ ਕਰਕੇ ਟੀ ਵੀ 'ਤੇ ਆ ਕੇ ਪ੍ਰਚਾਰ ਕਰਕੇ ਵੰਡ ਰਹੇ ਹੋਣ। ਬਹੁਤ ਸਾਰੇ ਲੋਕ ਉਹਨਾਂ ਨੂੰ ਸਵਾਲ ਕਰ ਸਕਦੇ ਕਿ ਕੀ ਫਾਇਦਾ ਫਿਰ ਇਹਨਾਂ ਦੇ ਇਹੋ ਜਿਹੇ ਬੰਦਿਆਂ ਦਾ। ਆਪਦੀ ਅਤੇ ਇਹਦੀ ਵਿਆਖਿਆ ਕੋਈ ਨਹੀਂ ਆ। ਜਿਹੜੀਆਂ ਹਰ ਚੀਜ਼ ਦੀਆਂ ਵਿਆਖਿਆਵਾਂ ਲੱਭਣ ਲੱਗ ਜਾਣੀਆਂ, ਹਰ ਚੀਜ਼ ਦੁਨੀਆ ਦੇ ਉੱਤੇ ਸਭ ਕੁਝ ਲੌਜੀਕਲ ਨਹੀਂ ਹੁੰਦਾ। ਦੁਨੀਆ 'ਤੇ ਹਰ ਚੀਜ਼ ਪਰਿਭਾਸ਼ਿਤ ਨਹੀਂ ਹੈ। ਇਸੇ ਕਰਕੇ ਨੇਚਰ 'ਚ ਇੰਨੇ ਭੇਦ ਨੇ। ਅਜੇ ਤੱਕ ਪੂਰੀ ਨੇਚਰ ਪਰਿਭਾਸ਼ਿਤ ਨਹੀਂ ਹੋਈ। ਸਾਇੰਸ ਐਡੇ ਵੱਡੇ ਪੱਧਰ ਦੇ ਉੱਤੇ ਆ ਗਈ, ਸਾਇੰਸ ਤੇ ਨੇ ਤਾਂ ਬਹੁਤ ਤਰੱਕੀ ਕਰ ਲਈ, ਉਹਦੇ ਬਾਵਜੂਦ ਵੀ ਪੂਰੀ ਨੇਚਰ ਦੀ, ਪੂਰੇ ਬ੍ਰਹਿਮੰਡ ਦੀ ਵਿਆਖਿਆ ਜਿਹੜੀ ਆਪਾਂ ਦੇਖਦੇ ਹਾਂ, ਹਰ ਗ੍ਰਹਿ ਦੀ ਵਿਆਖਿਆ ਨਹੀਂ ਹੋਈ ਅਜੇ ਤੱਕ। ਤਾਂ ਇਹਦਾ ਮਤਲਬ ਮੈਂ ਕਹਿ ਰਿਹਾ ਗਾ ਕਿ ਇਹੋ ਜਿਹੇ ਪਖੰਡੀ ਨੇ ਜਿਹੜੇ ਇਹ ਉਹਦੇ ਨਾਂ ਦੇ ਉੱਤੇ ਆਪਣਾ ਚੁੱਲ੍ਹਾ ਚੌਂਕਾ ਚਲਾ ਕੇ ਲੋਕਾਂ ਨੂੰ ਲੁੱਟਦੇ ਆ। ਅਤੇ ਲੋਕਾਂ ਨੂੰ ਇਹਨਾਂ ਲੁਟੇਰਿਆਂ ਤੋਂ, ਇਸ ਤਰ੍ਹਾਂ ਦੇ ਠੱਗਾਂ ਤੋਂ ਜਿਹੜੇ ਵੀ ਨੇ, ਆਪ ਆਈਡੈਂਟੀਫਾਈ ਕਰਨੋਂ ਕਿਹੜੇ ਕਿਹੜੇ ਨੇ, ਇਸ ਤਰ੍ਹਾਂ ਦੇ ਲੋਕਾਂ ਤੋਂ ਬਚਣ ਦੀ ਲੋੜ ਆ। ਜਿਹੜੇ ਵੀ ਦੁਕਾਨਦਾਰੀਆਂ ਚਲਾਉਂਦੇ ਨੇ, ਔਰ ਜਿਨ੍ਹਾਂ ਬਾਰੇ ਅਦਾਲਤਾਂ ਕਹਿ ਰਹੀਆਂ ਨੇ, ਹੁਣ ਤਾਂ ਅਦਾਲਤਾਂ ਨੇ ਫੈਕਟ ਦੇ ਦਿੱਤੇ ਨੇ। ਕਿਹਾ ਦੇਖੋ, ਅਦਾਲਤ ਤਾਂ ਕੋਈ, ਅਦਾਲਤ 'ਚ ਤਾਂ ਫੈਕਟ ਹੀ ਰੱਖੇ ਜਾਂਦੇ ਨਾ। ਅਦਾਲਤ ਤਾਂ ਕੋਈ ਫੈਸਲਾ ਭਾਵੁਕ ਹੋ ਕੇ ਦਿੰਦੀ ਨਹੀਂ, ਮੈਨੂੰ ਮਾੜਾ ਲੱਗਦਾ ਹੈਗਾ ਮੈਂ ਫੈਸਲਾ ਦਿੱਤਾ ਇਹਦੇ ਖਿਲਾਫ। ਅਦਾਲਤ ਤਾਂ ਫੈਸਲਾ ਪੁਲਿਸ ਕਰ ਸਕਦੀ ਹੈ, ਪੁਲਿਸ ਦੇ ਉੱਤੇ ਮੰਨ ਲੈਂਦੇ ਪੁਲਿਸ ਧੱਕਾ ਕਰ ਗਈ। ਅਦਾਲਤਾਂ ਇਸੇ ਕਰਕੇ, ਅਦਾਲਤ 'ਚ ਤਾਂ ਤੱਥ ਨੇ। ਔਰ ਸਾਲਾਂ ਦੇ ਸਾਲ, ਕਿੰਨੇ ਸਾਲ ਕੇਸ ਚੱਲੇ, 14 ਸਾਲ 15 ਸਾਲ, ਇੰਨੇ ਲੰਮੇ ਕੇਸ ਚੱਲ ਕੇ ਇੱਕ ਫੈਸਲੇ ਹੋ ਰਹੇ ਨੇ। ਪਰ ਉਹਨਾਂ ਦੇ ਭਗਤ ਕਹਿਣਗੇ ਕਿ ਨਹੀਂ ਇਹ ਗਲਤ ਹੈਗਾ, ਹੈ ਨਾ। ਉਹਨਾਂ ਨੇ ਤਾਂ ਸਨਾਰੀਆ ਜੇਲ੍ਹ 'ਚੋਂ ਇਸ ਕਰਕੇ ਗਏ ਨੇ ਕਿ ਦੁਨੀਆ ਦੇ ਕਸ਼ਟ ਕੱਟੇ ਜਾਣ। ਉਹ ਠੀਕ ਆ, ਉਹਨਾਂ ਦੀ ਹੁਣ ਤੁਸੀਂ ਇਹ ਨਹੀਂ ਕਰ ਸਕਦੇ, ਉਹ ਅਗਲੇ ਦਾ ਲੌਜਿਕ ਆ ਦੇ ਸਕਦਾ ਅਗਲਾ। ਪਰ ਜਿਹੜੇ ਲੋਕ ਸਮਝਦਾਰ ਨੇ, ਸਮਾਜ ਸਾਡਾ ਸਿਆਣਾ ਹੋ ਰਿਹਾ, ਸਮਝ ਰਿਹਾ। ਕਿਸਾਨ ਅੰਦੋਲਨ ਦੇ ਟਾਈਮ ਬਹੁਤ ਵੱਡੀ ਇੱਕ ਚੇਤਨਾ ਆਈ ਹੈ। ਪਹਿਲਾਂ ਵੀ ਸਾਡੇ ਬਹੁਤ ਸਾਰੀਆਂ ਲਹਿਰਾਂ ਰਹੀਆਂ ਨੇ ਜਿਨ੍ਹਾਂ ਨੇ ਚੇਤਨਾ ਲੈ ਕੇ ਆਉਂਦੀ ਹੈ। ਇਹ ਸਾਰੀਆਂ ਚੀਜ਼ਾਂ ਬਾਰੇ ਸਮਝਣ ਦੀ ਲੋੜ ਆ ਕਿ ਅਧਿਆਤਮ ਕੀ ਹੈ, ਧਰਮ ਕੀ ਹੈ, ਪਖੰਡੀ ਬਾਬੇ ਕੀ ਨੇ, ਇਹ ਪੂਰੀ ਕਹਾਣੀ ਕੀ ਹੈ। ਜਦੋਂ ਤੱਕ ਤੁਸੀਂ ਇਹਨੂੰ ਅੰਡਰਸਟੈਂਡ ਨਹੀਂ ਕਰਦੇ ਉਦੋਂ ਤੱਕ ਆ। ਜਿਵੇਂ ਬੁੱਧ ਇੱਕ ਬੰਦਾ ਹੈਗਾ, ਜਿਹਨੇ ਇਹ ਬੁੱਧ ਆ ਜਿਹੜਾ, ਉਹ ਨਾ ਕਹਿੰਦਾ ਪਰਮਾਤਮਾ ਹੈ ਅਤੇ ਨਾ ਕਹਿੰਦਾ ਨਹੀਂ ਆ। ਅਤੇ ਇਸੇ ਗੱਲ 'ਚ ਬਹੁਤ ਵੱਡੀ ਗੱਲ ਆਈ। ਤਾਂ ਇਹ ਸਾਰੀਆਂ ਗੱਲਾਂ ਨੂੰ ਅੰਡਰਸਟੈਂਡ ਕਰਨਾ, ਉਹੀ ਗੱਲ ਆ ਵੀ ਉਸ ਲੈਵਲ 'ਤੇ ਸਾਨੂੰ ਸਾਰਿਆਂ ਨੂੰ ਜਾਣਾ ਚਾਹੀਦਾ। ਇਹਦੇ 'ਚ ਚੀਜ਼ਾਂ ਅੰਡਰਸਟੈਂਡ ਹੁੰਦੀਆਂ ਨੇ, ਇਹਦੇ 'ਚ ਸਮਾਜ ਬਿਹਤਰ ਹੁੰਦਾ। ਸੋ ਦੇਖਣਾ ਹੋਏਗਾ ਕਿ ਸਾਡਾ ਸਮਾਜ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ, ਇਹਨਾਂ ਬਾਬਿਆਂ ਦੇ ਇਸ ਤਰ੍ਹਾਂ ਦੇ ਚਿੱਠੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਕੋਈ ਸਬਕ ਸਿੱਖੇਗਾ।